ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਮਾਰਗ ਆਗੇ ਜਾਤ ਗ੍ਰਾਮ ਚੌਧਰੀ ਮਿਲਤ ਰੇ ਸੋ ਸੁਖ ਬਸ ਦਿਨ ਰਾਤ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਗੁਰਦੁਆਰਾ ਸ਼ਹੀਦਾਂ ਨਗਰ ਤਲਣ ਵਿਖੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰੀਏ। ਸਤਿਗੁਰਾਂ ਦਾ ਸੋਹਣਾ ਸੁੰਦਰ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜੋ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਣੀ ਕਲਮ ਦੁਆਰਾ ਲਿਖਿਆ ਹੈ। ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਸਰਵੰਸਦਾਨੀ ਸਾਹਿਬੇ ਕਮਾਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਜੀਵਨ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਮਾਲਵੇ ਦੇ ਵਿੱਚ ਆ ਕੇ ਬਿਰਾਜੇ। ਦਮਦਮਾ ਸਾਹਿਬ ਕਾਫੀ ਲੰਮਾ ਸਮਾਂ ਬਤੀਤ ਕਰਨ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਖਣ ਦਿਸ਼ਾ ਵੱਲ ਚਾਲਾ ਮਾਰਿਆ ਹੈ। ਨਾਲ ਗੁਰੂ ਕੇ ਤਿਆਰ ਬਾਰ ਤਿਆਰ ਸ਼ਸਤਰ ਧਾਰੀ ਸਨੱਧਬੱਧ ਯੋਧੇ ਹਨ। ਘੋੜਿਆਂ ਉੱਤੇ ਸਵਾਰ ਹਨ, ਕੁਝ ਪੈਦਲ ਹਨ। ਪੜਾਅ ਦਰ ਪੜਾਅ ਸਤਿਗੁਰੂ ਸਾਹਿਬ ਜੀ ਆਪਣੀ ਮੰਜ਼ਿਲੇ ਮਕਸੂਦ ਦੇ ਵੱਲ ਵੱਧਦੇ ਜਾ ਰਹੇ ਹਨ। ਰਸਤੇ ਵਿੱਚ ਆ ਕੇ ਸਤਿਗੁਰੂ ਸਾਹਿਬ ਜੀ ਨੂੰ ਭਾਈ ਦਇਆ ਸਿੰਘ ਜੀ ਮਿਲਦੇ ਹੈ। ਸਤਿਗੁਰੂ ਸਾਹਿਬ ਜੀ ਦੇ ਨਾਲ ਬਚਨ ਕਰਦੇ ਆ ਕੇ ਸੀਸ ਝੁਕਾ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਲਿਪਟ ਕੇ ਪਹਿਲਾਂ ਤਾਂ ਜੋ ਬਿਰਹੋਂ ਦਾ ਜੋ ਵਿਛੋੜੇ ਦਾ ਦੁੱਖ ਸੀ ਉਸ ਨੂੰ ਦੂਰ ਕੀਤਾ। ਨੇਤਰਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਚੋਂਦੇ ਐ। ਇੰਨੀ ਦੇਰ ਬਾਅਦ ਆ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਮੈਨੂੰ ਦੀਦਾਰ ਹੋਏ ਹੈ। ਸਤਿਗੁਰੂ ਜੀ ਨੇ ਜਦੋਂ ਆਉਣ ਜਾਣ ਦਾ ਸਾਰਾ ਹਾਲ ਪੁੱਛਿਆ, ਭਾਈ ਦਇਆ ਸਿੰਘ ਜੀ ਦੀਨਾ ਕਾਂਗੜ ਤੋਂ ਤੁਸੀਂ ਜਿਵੇਂ ਚੱਲੇ, ਜਿਵੇਂ ਔਰੰਗਜ਼ੇਬ ਨੂੰ ਮਿਲੇ ਔਰ ਜਿਵੇਂ ਤੁਸੀਂ ਉਸ ਨੂੰ ਸਾਡਾ ਸੁਨੇਹਾ ਜ਼ਫਰਨਾਮਾ ਦਿੱਤਾ, ਉਹ ਸਾਰੀ ਵਾਰਤਾ ਸੰਗਤਾਂ ਦੇ ਸਾਹਮਣੇ ਖੁੱਲ੍ਹ ਕੇ ਦੱਸੋ। ਤਾਂ ਭਾਈ ਦਇਆ ਸਿੰਘ ਜੀ ਦੱਸਦੇ, ਮਹਾਰਾਜ ਮੈਂ ਅਹਿਦੀਆ ਬਣ ਕੇ ਪਾਲਕੀ ਦੇ ਵਿੱਚ ਅਸਵਾਰ ਹੋ ਕੇ ਗਿਆ। ਵੱਖ ਵੱਖ ਨਗਰਾਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਗੁਜ਼ਰਦਾ ਹੋਇਆ ਔਰੰਗਾਬਾਦ ਪਹੁੰਚਿਆ। ਰਸਤੇ ਵਿੱਚ ਜਿੰਨੀ ਵੀ ਆਪ ਜੀ ਦੀ ਸੰਗਤ ਮਿਲੀ ਸਾਰਿਆਂ ਨੇ ਮੈਨੂੰ ਆਪ ਜੀ ਦਾ ਸਰੂਪ ਜਾਣ ਕੇ ਆਪ ਜੀ ਵਾਂਗਾ ਹੀ ਮੇਰਾ ਮਾਣ ਸਨਮਾਨ ਸਾਰਿਆਂ ਨੇ ਸਤਿਕਾਰ ਕੀਤਾ। ਫਿਰ ਮਹਾਰਾਜ ਉੱਥੇ ਜਾ ਕੇ ਮੈਂ ਬਹੁਤ ਯਤਨ ਕੀਤੇ ਔਰੰਗਜ਼ੇਬ ਨੂੰ ਮਿਲਣ ਦੇ, ਪਰ ਮੇਰੇ ਦਿਮਾਗ ਦੇ ਨਾਲ ਸੋਚੀਆਂ ਗਈਆਂ ਗੱਲਾਂ ਵਿੱਚੋਂ ਕੋਈ ਵੀ ਕਾਰਗਾਰ ਸਿੱਧ ਨਾ ਹੋਈ। ਮੈਂ ਔਰੰਗੇ ਨੂੰ ਮਿਲ ਨਾ ਸਕਿਆ। ਅੰਤ ਥੱਕ ਹਾਰ ਕੇ ਮੈਂ ਆਪ ਜੀ ਵੱਲ ਇੱਕ ਖਤ ਲਿਖਿਆ, ਚਿੱਠੀ ਲਿਖੀ। ਦੋ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਮੈਂ ਸਿਪਾਹ ਸਲਾਰਾਂ ਨੂੰ ਇਹ ਚਿੱਠੀ ਦੇ ਕੇ, ਦੋ ਕਾਸਦਾਂ ਨੂੰ ਦੇ ਕੇ ਆਪ ਜੀ ਪਾਸ ਭੇਜੀ। ਆਪ ਜੀ ਨੇ ਪੜ੍ਹੀ। ਆਪ ਜੀ ਨੇ ਜਿਵੇਂ ਮੇਰਾ ਮਾਰਗਦਰਸ਼ਨ ਕੀਤਾ,
ਆਪ ਜੀ ਦੀ ਜਵਾਬੀ ਚਿੱਠੀ ਵਿੱਚੋਂ ਸਭ ਕੁਝ ਪੜ੍ਹ ਕੇ ਮੈਂ ਸਭ ਕੁਝ ਉਵੇਂ ਕੀਤਾ ਤੇ ਬਾਦਸ਼ਾਹ ਔਰੰਗਜ਼ੇਬ ਨੇ ਆਪ ਹੀ ਸਾਨੂੰ ਸਿਪਾਹੀ ਭੇਜ ਕੇ ਅੰਦਰ ਬੁਲਾ ਲਿਆ। ਉਹਦੇ ਮਹਿਲ ਵਿੱਚ ਗਏ, ਉਹਦੇ ਦਰਬਾਰ ਦੇ ਵਿੱਚ ਜਾ ਕੇ ਆਪ ਜੀ ਦੀ ਚਿੱਠੀ ਉਹਦੇ ਸਪੁਰਦ ਕੀਤੀ ਤੇ ਉਸ ਨੇ ਤਰਕ ਮਾਰਦੇ ਹੋਏ ਆਖਿਆ ਕਿ ਮੈਂ ਸੁਣਿਆ ਕਿ ਗੁਰੂ ਕੇ ਬੜੇ ਕਰਾਮਾਤੀਏ ਹਨ, ਕਿ ਉਹਨਾਂ ਦੇ ਸਿੱਖ ਵੀ ਕਰਾਮਾਤੀਏ। ਤਾਂ ਉਸ ਵੇਲੇ ਮਹਾਰਾਜ ਮੈਂ ਸਹਿਜ ਸੁਭਾਅ ਆਪ ਜੀ ਦੀ ਰਜ਼ਾ ਦੇ ਮੁਤਾਬਕ ਵਚਨ ਕਰ ਦਿੱਤਾ ਕਿ ਗੁਰੂ ਕੇ ਤਾਂ ਖੁਦ ਕਰਾਮਾਤੀਏ ਹਨ, ਗੁਰੂ ਕੇ ਸਿੱਖ ਵੀ ਕਰਾਮਾਤੀਏ। ਐ ਔਰੰਗਜ਼ੇਬ, ਗੁਰੂ ਘਰ ਦੇ ਵਿੱਚ ਤਾਂ ਨਾ ਜਿਹੜੇ ਗੁਰੂ ਕੇ ਲੰਗਰਾਂ ਦਾ ਪ੍ਰਸ਼ਾਦਾ ਛਕਣ ਵਾਲੇ ਕੂਕਰ ਕੁੱਤੇ ਆ, ਉਹਨਾਂ ਵਿੱਚ ਵੀ ਕਰਾਮਾਤਾਂ ਹਨ, ਉਹ ਵੀ ਕਰਾਮਾਤੀਏ। ਫਿਰ ਸਾਰਾ ਪ੍ਰਸੰਗ ਦੱਸਿਆ। ਮਹਾਰਾਜ ਸ਼ਿਕਾਰੀ ਕੁੱਤਾ ਜਿਹੜਾ ਅਸੀਂ ਨਾਲ ਲੈ ਕੇ ਗਏ ਸੀ, ਉਹਨੇ ਫਾਰਸੀ ਵਿੱਚ ਬੋਲ ਕੇ ਔਰੰਗਜ਼ੇਬ ਨੂੰ ਲਾਹਣਤਾਂ ਪਾਈਆਂ ਕਿ ਤੂੰ ਕੁੱਤੇ ਦਾ ਕੁੱਤਾ ਹੀ ਰਿਹਾ, ਸਾਡਾ ਜਾਤ ਭਾਈ ਸੀ, ਸਾਡੇ ਵਿੱਚੋਂ ਗਿਆ, ਰਾਜ ਭਾਗ ਤੇ ਵੀ ਬੈਠਾ, ਪਰ ਕੰਮ ਕੁੱਤਿਆਂ ਵਾਲੇ ਕੀਤੇ। ਹੁਣ ਛੇਤੀ ਨਾਲ ਆਪਣਾ ਇਹ ਤਨ ਤਿਆਗ ਕੇ ਆ ਸਰੀਰ ਛੱਡ ਕੇ ਸਾਡੇ ਵਿੱਚ ਹੀ ਆ ਕੇ ਵਾਪਸ ਮਿਲ ਜਾ। ਇਉਂ ਮਹਾਰਾਜ ਉਹ ਬਹੁਤ ਸ਼ਰਮਸ਼ਾਰ ਹੋਇਆ। ਉਹਨੇ ਦਰਬਾਰ ਉਠਾ ਦਿੱਤਾ, ਸਾਡੇ ਇਕੱਲਿਆਂ ਨਾਲ ਗੱਲਬਾਤ ਕੀਤੀ ਔਰ ਜਿਵੇਂ ਆਪ ਜੀ ਨੇ ਸਾਨੂੰ ਚਿੱਠੀ ਦੇ ਵਿੱਚ ਵਚਨ ਲਿਖ ਕੇ ਭੇਜੇ ਸੀ ਕਿ ਉਹਨੂੰ ਜਾਫਰਨਾਮਾ ਦੇ ਕੇ ਸਾਡੀ ਅਮਾਨਤ ਉਹਦੇ ਪਾਸੋਂ ਮੰਗ ਲੈਣੀ, ਤੇ ਮਹਾਰਾਜ ਆ ਜਿਹੜਾ ਸ਼ਸਤਰ ਕਟਾਰ ਉਹਨੇ ਸਾਨੂੰ ਦਿੱਤਾ, ਉਹ ਆਪ ਜੀ ਨੂੰ ਅਸੀਂ ਹੁਣ ਭੇਟਾ ਕਰ ਰਹੇ ਹਾਂ, ਆਪ ਜੀ ਸਾਡੇ ਤੋਂ ਲੈ ਲਵੋ। ਇਉਂ ਸਤਿਗੁਰੂ ਸਾਹਿਬ ਜੀ ਦੇ ਨਾਲ ਭਾਈ ਦਇਆ ਸਿੰਘ ਜੀ ਦੇ ਬਚਨ ਬਿਲਾਸ ਹੋਏ। ਭਾਈ ਦਇਆ ਸਿੰਘ ਜੀ ਆਪਣੀ ਚਾਹਨਾ ਦੇ ਨਾਲ, ਰੁਚੀ ਦੇ ਨਾਲ, ਉਮੰਗ ਦੇ ਨਾਲ ਬੇਨਤੀ ਕੀਤੀ, ਮਹਾਰਾਜ ਹੁਣ ਮੈਂ ਦੂਰ ਨਹੀਂ ਜਾਣਾ, ਬਹੁਤ ਵਿਛੋੜਾ ਆਪ ਜੀ ਦਾ ਮੈਨੂੰ ਦੁਖੀ ਕੀਤਾ, ਵਿਛੋੜੇ ਨੇ ਇੰਨਾ ਲੰਮਾ ਸਮਾਂ ਬਹੁਤ ਔਖਾ ਕੱਟਿਆ, ਇਸ ਕਰਕੇ ਕਿਰਪਾ ਕਰੋ ਹੁਣ ਆਪ ਜੀ ਮੈਨੂੰ ਭੇਜੋ ਨਾ ਕਿਤੇ, ਮੈਂ ਆਪ ਜੀ ਦੇ ਨਾਲ ਹੀ ਰਹਿਣਾ ਚਾਹੁੰਦਾ ਹਾਂ। ਇਹ ਖੁਸ਼ੀ ਦੇ ਨਾਲ, ਆਪਣੀ ਇੱਛਾ ਦੇ ਨਾਲ ਭਾਈ ਦਇਆ ਸਿੰਘ ਜੀ ਸਤਿਗੁਰੂ ਸਾਹਿਬ ਜੀ ਪਾਸ ਟਿਕੇ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿੱਤਾ ਪ੍ਰਤੀ ਇਸੇ ਤਰ੍ਹਾਂ ਪੜਾਅ ਦਰ ਪੜਾਅ ਅੱਗੇ ਵੱਧਦੇ ਜਾਂਦੇ ਆ, ਕਿਹੜੀਆਂ ਜਗ੍ਹਾ ਦੇ ਉੱਤੇ ਜਾਂਦੇ ਆ। ਸੋ ਆਓ ਆਪਾਂ ਅੱਗੇ ਇਤਿਹਾਸ ਦੀ ਕਥਾ ਨੂੰ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਇਸ ਪ੍ਰਕਾਰ ਸਤਿਗੁਰੂ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਆਗੇ ਜਾਤ ਰਸਤੇ ਦੇ ਵਿੱਚ ਚੱਲਦੇ ਹੋਏ ਅਗਾਂਹ ਨੂੰ ਵੱਧ ਰਹੇ ਹਨ। ਗ੍ਰਾਮ ਚੌਧਰੀ ਮਿਲਤ ਜੇ ਪਿੰਡਾਂ ਦੇ ਜਿਹੜੇ ਚੌਧਰੀ ਹੈ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਮਿਲਦੇ ਹਨ, ਜਿਹੜੇ ਸੋ ਸੁਖ ਬਸ ਦਿਨ ਰਾਤ ਉਹ ਸਤਿਗੁਰੂ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਕੇ ਸਤਿਗੁਰੂ ਜੀ ਦੀਆਂ ਸੰਗਤਾਂ ਦਾ ਸਵਾਗਤ ਕਰਦਿਆਂ ਹੋਇਆਂ ਬੜੇ ਸੁੱਖ ਆਰਾਮ ਦੇ ਨਾਲ ਦਿਨ ਰਾਤ ਬਤੀਤ ਕਰਦੇ ਆ, ਚੰਗੀ ਜ਼ਿੰਦਗੀ ਜਿਉਂਦੇ ਹਨ। ਜਾਓ ਭਾਈ ਜੇ ਹੰਕਾਰ ਕਰੇ ਨਿਜ ਬਲਪ, ਪਰ ਜਿਹੜੇ ਹੰਕਾਰ ਧਾਰ ਕੇ ਸਾਧ ਸੰਗਤ ਜੀ ਆਪਣੇ ਬਲ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ, ਸਿੰਘਾਂ ਦੇ ਸਨਮੁਖ ਅੜਦੇ ਹਨ, ਆਕੀ ਹੁੰਦੇ ਹਨ, ਉਹਨਾਂ ਦੇ ਉੱਤੇ ਫਿਰ ਸਤਿਗੁਰੂ ਜੀ ਦਾ ਦਲ, ਸਤਿਗੁਰੂ ਜੀ ਦੇ ਸਿੰਘ ਹਮਲਾ ਵੀ ਕਰਦੇ ਹਨ। ਛੁੱਟਦੀਆਂ ਹਨ ਗੋਲੀਆਂ ਬੰਦੂਕਾਂ ਦੇ ਵਿੱਚੋਂ ਚੱਲਦੀਆਂ, ਔਰ ਵੈਰੀ ਹੈ ਜਿਹੜੇ ਉਹਨਾਂ ਨੂੰ ਮਾਰ ਮਾਰ ਕੇ ਸੁੱਟਦੇ ਹਨ ਸਿੰਘ। ਸੋ ਇਸ ਤਰ੍ਹਾਂ ਜਿਹੜੇ ਆਕੀ ਹੁੰਦੇ ਆ ਉਹਨਾਂ ਨੂੰ ਲੁੱਟ ਕੁੱਟ ਕੇ ਤੇ ਭੋਜਨ ਪ੍ਰਸ਼ਾਦਾ ਇਤਿਆਦਿਕ ਉਹਨਾਂ ਤੋਂ ਲੈ ਆਉਂਦੇ ਹਨ। ਇਸ ਤਰ੍ਹਾਂ ਦਿਨ ਪ੍ਰਤੀ ਦਿਨ ਰੋਜ਼ਾਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੂਚ ਹੁੰਦਾ, ਅਗਾਂਹ ਨੂੰ ਚਾਲਾ ਵੱਜਦਾ ਹੈ। ਨਿੱਤਾ ਪ੍ਰਤੀ ਗੁਰੂ ਕੀਆਂ ਸੰਗਤਾਂ ਔਰ ਸਤਿਗੁਰੂ ਸਾਹਿਬ ਜੀ ਨਵਾਂ ਇਲਾਕਾ ਦੇਖਦੇ ਹਨ। ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਂਦੇ ਆ ਦਲ ਦੇ ਸਮੇਤ, ਉੱਥੇ ਹੀ ਬਹੁਤ ਰੌਲਾ ਰੱਪਾ ਪੈਂਦਾ ਹੈ। ਇਉਂ ਸਤਿਗੁਰੂ ਜੀ ਦੀ ਧੂਮ ਧਾਮ, ਸਿੰਘਾਂ ਦੀ ਚੜ੍ਹਾਈ ਦੇਖ ਕੇ, ਧੱਕ ਪੈਂਦੀ ਦੇਖ ਕੇ ਲੋਕ ਡਰਦੇ ਹਨ। ਜਦੋਂ ਕਈ ਇਲਾਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਗਾਂਹ ਲੰਘ ਗਏ,
ਅੱਗੇ ਕਿਸੇ ਨੇ ਦੱਸਿਆ, ਕਿਸੇ ਤੋਂ ਸੁਣਿਆ ਕਿ ਅਗਾਂਹ ਜਿਹੜਾ ਰਸਤਾ ਹੈ ਇਹ ਬੜਾ ਵਿਖੜਾ ਹੈ, ਬੜਾ ਔਖਾ ਹੈ, ਅੱਗੇ ਪਹਾੜ ਦੀ ਧਾਰ ਆ ਗਈ ਹੈ। ਸੋ ਐਸਾ ਜਿਸ ਵੇਲੇ ਸੁਣਿਆ, ਦੱਸਣ ਵਾਲੇ ਨੇ ਦੱਸਿਆ ਕਿ ਮਹਾਰਾਜ ਨਾ ਤਾਂ ਤੁਹਾਡੀਆਂ ਜਿਹੜੀਆਂ ਆ ਤੋਪਾਂ ਹੈ ਤੇ ਨਾ ਜਿਹੜੇ ਗੱਡੇ ਹੈ ਸਮਾਨ ਵਾਲੇ, ਇਹ ਇੱਥੋਂ ਅੱਗੇ ਲੰਘ ਕੇ ਨਹੀਂ ਜਾ ਸਕਦੇ ਇਸ ਰਸਤੇ ਤੋਂ, ਕਿਉਂਕਿ ਅੱਗੇ ਪਹਾੜ ਹਨ, ਛੋਟੇ ਵੱਡੇ ਪੱਥਰ ਬਹੁਤ ਵੱਡੇ ਵੱਡੇ ਪਏ ਹਨ। ਜਦੋਂ ਕੰਨਾਂ ਦੇ ਨਾਲ ਆਹ ਗੱਲ ਸੁਣੀ ਕਿ ਅਗਲਾ ਜਿਹੜਾ ਰਸਤਾ ਬੜਾ ਕਠਿਨ ਹੈ, ਬੜਾ ਔਖਾ ਹੈ ਲੰਘਣਾ ਇੱਥੋਂ, ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਦਿਸ਼ਾ ਤੋਂ ਹਟ ਗਏ, ਉਸ ਪਾਸਿਓਂ ਹਟ ਕੇ ਜਿਸ ਪਾਸੇ ਦੀ ਸੁਖੈਨ ਰਸਤਾ ਸੀ, ਜਿਸ ਪਾਸੇ ਦੀ ਬਹੁਤ ਜਲਦੀ ਲੰਘਿਆ ਜਾ ਸਕਦਾ ਸੀ, ਕਿਸੇ ਨੂੰ ਪੁੱਛਿਆ ਜਿਹੜਾ ਇਸ ਇਲਾਕੇ ਦਾ ਭੇਤੀ ਸੀ, ਸਤਿਗੁਰੂ ਜੀ ਕਹਿੰਦੇ ਪਤਾ ਕਰੋ ਇਸ ਇਲਾਕੇ ਦੇ ਵਿੱਚੋਂ ਵੀ ਇਧਰੋਂ ਤਾਂ ਲੰਘਿਆ ਨਹੀਂ ਜਾ ਸਕਦਾ, ਸੌਖਾ ਕਿਸ ਰਸਤੇ ਲੰਘਿਆ ਜਾ ਸਕਦਾ, ਆ ਪਹਾੜ ਨੂੰ ਕਿਵੇਂ ਪਾਰ ਕਰੀਏ, ਕਿਸੇ ਤੋਂ ਪੁੱਛੋ। ਜਦੋਂ ਕਿਸੇ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਅਗਾਂਹ ਤਾਂ ਮਹਾਰਾਜ ਪਰਬਤ ਦੀ ਘਾਟੀ ਹੈ, ਪਹਾੜ ਹੀ ਪਹਾੜ ਹਨ, ਇਸ ਰਸਤੇ ਜੇ ਤੁਸੀਂ ਜਾਓਗੇ ਤੇ ਅਗਾਂਹ ਪਹੁੰਚਿਆ ਨਹੀਂ ਜਾਵੇਗਾ, ਇਹ ਤਾਂ ਬੜੀ ਔਖੀ ਬਾਟ, ਬੜਾ ਕਠਿਨ ਰਸਤਾ ਹੈ। ਫਿਰ ਸਤਿਗੁਰੂ ਪੁੱਛਦੇ ਆ ਕੋਈ ਹੋਰ ਰਸਤਾ ਵੀ ਹੈ? ਕਹਿੰਦਾ ਹਾਂ ਜੀ, ਇੱਕ ਦੂਜਾ ਰਸਤਾ ਹੈ, ਉਧਰਲੇ ਪਾਸੇ ਦੀ ਤਾਂ ਸੁਖੈਨ ਬੜੇ ਸੁਖਾਲੇ ਚਲੇ ਜਾਓਗੇ। ਉਸ ਦੀ ਗੱਲ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਸੌਖੇ ਰਸਤੇ ਮੈਦਾਨੀ ਇਲਾਕੇ ਦੇ ਵਿੱਚ ਦੀ ਜੇ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਕਰੁਣਾ ਦੇ ਘਰ ਹਨ, ਦਇਆ ਦੇ ਘਰ ਹਨ, ਚੱਲ ਪਏ। ਹੌਲੀ ਹੌਲੀ ਸਨੇ ਸਨੇ ਬੜੇ ਸੁੱਖ ਦੇ ਨਾਲ, ਬੜੇ ਆਰਾਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਵਰ ਕਰਦੇ ਹੋਏ, ਟਿਕਾਣੇ ਕਰਦੇ, ਪੜਾਅ ਕਰਦੇ ਹੋਏ ਅਗਾਂਹ ਵੱਧ ਰਹੇ ਹਨ। ਉਸ ਇਲਾਕੇ ਦਾ, ਪਹਾੜੀ ਇਲਾਕੇ ਦਾ ਜਿਹੜਾ ਰਸਤਾ ਸੀ, ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਪਾਰ ਕੀਤਾ। ਉਸ ਪਹਾੜ ਦੇ ਪਾਰਲੇ ਪਾਸੇ ਸਤਿਗੁਰ ਸੱਚੇ ਪਾਤਸ਼ਾਹ ਸਿੰਘਾਂ ਸਮੇਤ ਪਹੁੰਚ ਗਏ। ਅੱਗੇ ਜਾ ਕੇ ਕੀ ਦੇਖਦੇ ਐ ਕਿ ਬੜਾ ਸੁੰਦਰ, ਬੜਾ ਬਹਾਰ ਵਾਲਾ, ਬੜਾ ਹੀ ਆਨੰਦਦਾਇਕ ਇਲਾਕਾ ਹੈ। ਸੋ ਉਜੈਨ ਦੇ ਇਲਾਕੇ ਵਿੱਚ ਸਤਿਗੁਰੂ ਜੀ ਪਹੁੰਚ ਗਏ। ਉੱਥੇ ਜਾ ਕੇ ਕੀ ਦੇਖਦੇ ਆ ਸਾਰੇ ਸਿੰਘ ਕਿ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਉੱਥੇ ਬਹੁਤ ਸਾਰੇ ਜਿਹੜੇ ਦਰਖਤ ਫਲਾਂ ਫੁੱਲਾਂ ਦੇ ਨਾਲ ਭਰੇ ਖੜੇ ਹਨ ਔਰ ਬਹੁਤ ਸੁੱਖ ਦੇਣ ਵਾਲੇ ਹਨ, ਬੜੀ ਚੰਗੀ ਛਾਂ ਵਾਲੇ ਸ਼ਾਨਦਾਰ ਦਰਖਤ ਹਨ। ਇਸੇ ਤਰ੍ਹਾਂ ਅੱਗੇ ਫਲਾਂ ਦੇ ਬਾਗ ਲੱਗੇ ਹੋਏ ਆ ਤੇ ਤੜਾਗ ਨਾਮ ਹੈ ਤਲਾਬ ਦਾ, ਸਰੋਵਰ ਦਾ। ਇੱਕ ਧਨੁੱਖ ਜਿਹੜਾ ਖਾਲਸਾ ਜੀ ਉਹ 4 ਹੱਥ ਦਾ ਹੁੰਦਾ ਹੈ। ਧਨੁੱਖ ਦੇ ਨਾਲ ਮਿਣ ਕੇ ਜੇ 500 ਧਨੁੱਖ ਇਸ ਤਰ੍ਹਾਂ ਮਿਣੇ ਜਾਣ, ਇਸ ਤੋਂ ਵੱਡੇ ਆਕਾਰ ਵਾਲਾ ਜਿਹੜਾ ਸਰੋਵਰ ਹੋਵੇ ਉਹਨੂੰ ਤੜਾਗ ਕਿਹਾ ਜਾਂਦਾ ਹੈ। ਸੋ ਅੱਗੇ ਇਸ ਤਰ੍ਹਾਂ ਬਹੁਤ ਸਾਰੇ ਬਾਗ ਫਲਾਂ ਫੁੱਲਾਂ ਦੇ ਨਾਲ ਭਰੇ ਹੋਏ ਔਰ ਇਸੇ ਪ੍ਰਕਾਰ ਸੁੰਦਰ ਸਰੋਵਰ ਔਰ ਹੋਰ ਜਿਹੜੇ ਧਰਤੀ ਦੇ ਖੰਡ ਟੁਕੜੇ ਮੈਦਾਨੀ ਦੇਖੇ। ਸਾਰਿਆਂ ਨੇ ਦੇਖੇ ਜਿਹੜੇ ਚਿੱਤ ਨੂੰ ਬੜਾ ਆਨੰਦ ਦੇਣ ਵਾਲੇ, ਖੁਸ਼ੀ ਦੇਣ ਵਾਲੇ ਹਨ। ਇਸੇ ਤਰ੍ਹਾਂ ਬਾਪੀ ਬੌਲੀਆਂ, ਕੂਪ ਖੂਹ ਜਿਹੜੇ ਮਲਹੀਨ ਭਾਵ ਗੰਧਲਾ ਪਾਣੀ ਨਹੀਂ, ਬੜੇ ਪਵਿੱਤਰ ਪਾਣੀ ਵਾਲੇ, ਬੜੇ ਸਾਫ਼ ਪਾਣੀ ਵਾਲੇ ਹਨ। ਜਿੱਧਰ ਕਿੱਧਰ ਦੇਖਦੇ ਆ ਚਾਰੇ ਪਾਸੇ ਹਰਾ ਸਬਜ਼ ਇਲਾਕਾ, ਹਰਿਆਵਲ ਹਰਿਆਵਲ ਦਿਖਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਔਰ ਸਿੰਘ ਉਸ ਪਾਸੇ ਨੂੰ ਜਾ ਰਹੇ ਹਨ, ਦੇਖ ਦੇਖ ਕੇ ਖੁਸ਼ ਹੋ ਰਹੇ ਹਨ। ਇੱਕ ਬਹੁਤ ਸੁੰਦਰ ਜਗ੍ਹਾ ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਦਾਨੀ ਇਲਾਕੇ ਦੇ ਵਿੱਚ ਉੱਥੇ ਉਤਾਰਾ ਕਰਦੇ ਹਨ। ਗੁਰੂ ਕੇ ਸਿੰਘ ਰਸਤਾ ਬਸਤਾ
ਸੋ ਇਸੇ ਤਰ੍ਹਾਂ ਘੋੜਿਆਂ ਵਾਸਤੇ ਦਾਣਾ, ਭੋਜਨ, ਈਂਧਨ, ਬਾਲਣ ਵਗੈਰਾ ਸੰਗਤਾਂ ਲੈ ਕੇ ਆਈਆਂ। ਬਿਜ ਬ੍ਰਾਹਮਣ ਕੇ ਸਿੰਘ ਪਿਆਨੇ। ਸੋ ਇਹ ਵਸਤੂਆਂ ਲੈਣ ਵਾਸਤੇ ਸੰਗਤਾਂ ਤੋਂ ਪਿੰਡਾਂ ਦੇ ਵਿੱਚੋਂ ਗੁਰੂ ਕੇ ਸਿੰਘ ਨਗਰ ਦੇ ਵਿੱਚ ਗਏ। ਦੁਗਧ ਦਧੀ ਕ੍ਰਿਤ ਹਰ ਮਿਸ਼ਟਾਨ। ਦੁੱਧ, ਦਹੀਂ, ਘਿਓ ਅਤੇ ਮਿੱਠਾ। ਦੇਗ ਵਿਖੇ ਡਾਰਤ ਬਨਿਆਨ। ਲੋਕ ਜਦੋਂ ਸਿੰਘ ਗਏ, ਸਾਰਿਆਂ ਨੇ ਆ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤਾਤ ਬਹੁ ਗਿਣਤੀ ਵਿੱਚ ਭੇਟ ਕੀਤੀਆਂ। ਇਸ ਪ੍ਰਕਾਰ ਸਤਿਗੁਰ ਸੁਖ ਪਾਵਤ। ਇਸ ਪ੍ਰਕਾਰ ਜਿਹੜੀਆਂ ਸੰਗਤਾਂ ਸਤਿਗੁਰੂ ਜੀ ਦੀ ਸ਼ਰਨ ਆ ਕੇ ਔਰ ਸਿੰਘ ਸਤਿਗੁਰੂ ਜੀ ਦਾ ਆਸਰਾ ਲੈ ਕੇ ਸੁਖ ਪਾ ਰਹੇ ਹਨ। ਸਨੇ ਸਨੇ ਸੁਖ ਸੋ ਮਗ ਜਾਵਤ। ਹੌਲੀ ਹੌਲੀ ਬੜੇ ਸੁਖ ਆਰਾਮ ਦੇ ਨਾਲ ਅਗਲੇ ਰਸਤੇ ਉੱਤੇ ਜਾਂਦੇ। ਇਤਨੇ ਮੈਂ ਦੱਖਣ ਤੇ ਆਇਓ। ਇੰਨੀ ਦੇਰ ਦੇ ਵਿੱਚ ਦੱਖਣ ਦਿਸ਼ਾ ਦੇ ਵੱਲੋਂ ਕੋਈ ਇੱਕ ਮਨੁੱਖ ਆਇਆ। ਮੇਰੇ ਪ੍ਰਭ ਸੰਗ ਪ੍ਰਸੰਗ ਸੁਨਾਇਓ। ਸਤਿਗੁਰੂ ਸਾਹਿਬ ਜੀ ਨੂੰ ਮਿਲ ਕੇ ਉਹਨੇ ਆਹ ਗੱਲਬਾਤ ਵਾਰਤਾ ਦੱਸੀ। ਮਰਿਓ ਨਰੰਗਾ ਬਹੁ ਦੁਖ ਪਾਏ। ਕਹਿਣ ਲੱਗਾ, ਮਹਾਰਾਜ ਨਰੰਗਾ ਮਰ ਗਿਆ ਹੈ। ਔਰੰਗਜ਼ੇਬ ਬਹੁਤ ਦੁਖੀ ਹੋ ਕੇ ਬੜੇ ਦੁੱਖ ਪਾ ਕੇ ਮਰ ਗਿਆ ਹੈ। ਬਚੈ ਰਾਮ ਦੇਸ਼ਨ ਸਮੁਦਾਈ। ਮਹਾਰਾਜ ਸਾਰੇ ਹੀ ਦੇਸ਼ਾਂ ਦੇ ਵਿੱਚ, ਸਾਰੇ ਹੀ ਇਲਾਕਿਆਂ ਦੇ ਵਿੱਚ, ਸਾਰੇ ਸੂਬਿਆਂ ਦੇ ਵਿੱਚ, ਸਮੁੱਚੇ ਭਾਰਤ ਦੇ ਵਿੱਚ ਬਹੁਤ ਰੌਲਾ ਰੱਪਾ ਪੈ ਚੁੱਕਿਆ ਹੈ। ਸੁਣ ਕੇ ਸਿੰਘਨ ਪੂਜਨ ਕਰਿਓ। ਜਦੋਂ ਇਹ ਖਬਰ ਸੁਣੀ ਵੀ ਨਰੰਗਾ ਮਰ ਗਿਆ, ਔਰੰਗਜ਼ੇਬ ਮਰ ਗਿਆ, ਸਿੰਘਾਂ ਨੇ ਉਸ ਵੇਲੇ ਪੁੱਛਣਾ ਕੀਤਾ। ਕਿਸ ਬਿਮਾਰੀ ਤੇ ਕਿਮ ਮਰਿਓ। ਕਹਿੰਦੇ ਬਈ ਔਰੰਗਜ਼ੇਬ ਕਿਹੜੀ ਬਿਮਾਰੀ ਦੇ ਨਾਲ ਮਰ ਗਿਆ ਜਾਂ ਕਿਵੇਂ ਮਰ ਗਿਆ, ਕੀ ਗੱਲਬਾਤ ਹੋਈ, ਉਹਨੂੰ ਮਰਿਆ ਕਿਉਂ? ਕੈਦ ਭਇਓ ਤਬ ਸਰਬ ਬਿਰਤੰਤਾ। ਉਸ ਵੇਲੇ ਜਿਹੜਾ ਦੱਸਣ ਵਾਲਾ ਸੀ, ਖਬਰ ਲੈ ਕੇ ਆਇਆ ਖਬਰੀਆ, ਉਹਨੇ ਸਾਰਾ ਬਿਰਤਾਂਤ ਦੱਸਿਆ। ਜਿਸ ਬਿਦ ਭਇਓ ਗਰੀਸ਼ਵਰ ਅੰਤ। ਜਿਸ ਤਰੀਕੇ ਦੇ ਨਾਲ ਇਹ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦਾ ਅੰਤ ਹੋਇਆ। ਗੁਰੂ ਜਫਰਨਾਮਾ ਜੋ ਪਠਿਓ। ਕਹਿਣ ਲੱਗਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜੀ ਚਿੱਠੀ, ਜਿਹੜਾ ਜਫਰਨਾਮਾ ਲਿਖ ਕੇ ਭੇਜਿਆ ਸੀ, ਤਿਸ ਕੋ ਖੋਲ ਸਾਜਬ ਪਠਿਓ। ਉਸ ਨੂੰ ਖੋਲ ਕੇ ਕਹਿੰਦੇ ਜਦੋਂ ਸ਼ਾਹ ਨੇ, ਔਰੰਗਜ਼ੇਬ ਨੇ ਪੜ੍ਹਿਆ, ਤਬ ਹੀ ਤੇ ਤਨ ਭਈ ਬਿਮਾਰੀ। ਉਸੇ ਵੇਲੇ ਤੋਂ ਹੀ ਉਹਨੂੰ ਪਾਪਾਂ ਦਾ ਇੰਨਾ ਪਛਤਾਤਾਪ ਹੋਇਆ, ਇੰਨੇ ਉਹਦੇ ਅੰਦਰ ਦੇ ਪਾਪ ਕੰਬੇ, ਉਸੇ ਵੇਲੇ ਉਹਨੂੰ ਬਿਮਾਰੀ ਲੱਗ ਗਈ, ਰੋਗਗ੍ਰਸਤ ਹੋ ਗਿਆ। ਕਰੇ ਅਨਕ ਹਕਮਤ ਉਪਚਾਰੀ। ਬਹੁਤ ਸਾਰੇ ਵੈਦ, ਹਕੀਮ, ਉਪਚਾਰ, ਇਲਾਜ ਕਰਨ ਵਾਲੇ ਬੁਲਾਏ, ਹਿਕਮਤੀ ਸਿਆਣੇ ਲੋਕ ਬੁਲਾਏ, ਉਹਨਾਂ ਨੇ ਇਲਾਜ ਕੀਤੇ, ਅਚੈ ਆਹਾਰ ਸੋ ਪਚੈ ਸੋ ਨਾਹੀ। ਪਰ ਉਹ ਠੀਕ ਨਾ ਹੋਇਆ। ਜਿਹੜਾ ਭੋਜਨ ਛਕਦਾ ਹੈ ਉਹਦੇ ਅੰਦਰ ਪਚਦਾ ਨਹੀਂ ਸੀ। ਨਾਭੀ ਤਲ ਤੇ ਉਤਰੈ ਨਾਹੀ। ਬਸ ਨਾਭੀ ਤੋਂ ਹੇਠਾਂ, ਧੁੰਨੀ ਤੋਂ ਹੇਠਾਂ ਤਾਂ ਭੋਜਨ ਜਾਂਦਾ ਹੀ ਨਹੀਂ ਸੀ। ਖਾਣਾ ਕਰੇ ਖਾਨ ਜਬ ਕੋਏ। ਜਦੋਂ ਕੋਈ ਵੀ ਚੀਜ਼ ਖਾਂਦਾ ਸੀ ਔਰੰਗਜ਼ੇਬ, ਉਦਰ ਰਹਿ ਕੇ ਤਗਤ ਸੋਏ। ਥੋੜਾ ਜਿਹਾ ਸਮਾਂ ਤਾਂ ਉਹਦੇ ਪੇਟ ਦੇ ਵਿੱਚ ਉਹ ਠਹਿਰਦਾ ਖਾਣਾ ਭੋਜਨ, ਉਨ ਮੁਖ ਕੀ ਦਿਸ ਨਿਕਸੈ ਸਾਰੋ। ਮੁੜ ਕੇ ਮੂੰਹ ਦੇ ਥਾਣੀ ਸਾਰਾ ਬਾਹਰ ਨਿਕਲ ਜਾਂਦਾ ਸੀ, ਸਮ ਬੇਟਾ ਕੇ ਹੋਏ ਦੁਖ ਭਾਰੋ। ਔਰ ਬਿਸਟਾ ਸਮਾਨ ਹੋ ਕੇ ਨਿਕਲਦਾ ਸੀ। ਗੰਦਗੀ ਬਣ ਬਣ ਕੇ ਉਹਦੇ ਮੂੰਹ ਦੇ ਵਿੱਚੋਂ ਖਾਧਾ ਹੋਇਆ ਭੋਜਨ ਨਿਕਲਦਾ ਸੀ, ਅੰਦਰ ਠਹਿਰਦਾ ਨਹੀਂ ਸੀ। ਇਸ ਤਰ੍ਹਾਂ ਉਹਨੇ ਬਹੁਤ ਭਾਰੀ ਦੁੱਖ ਪਾਇਆ। ਇਮ ਕੇ ਤਗਦਨ ਸੰਕਟ ਪਾਇਓ। ਇਸ ਤਰ੍ਹਾਂ ਕਈ ਦਿਨ ਉਹਨੇ ਬਹੁਤ ਪੀੜਾ ਝੱਲੀ, ਬੜੇ ਕਸ਼ਟ ਦੇ ਵਿੱਚ ਉਹ ਰਿਹਾ। ਫਲ ਪਾਪਨ ਤੇ ਅਦਕ ਦਿਖਾਇਓ। ਪਰ ਜਿੰਨੇ ਉਸ ਔਰੰਗਜ਼ੇਬ ਨੇ ਪਾਪ ਕੀਤੇ ਸੀ, ਉਹਨਾਂ ਦੇ ਉਸ ਦੇ ਪਾਪਾਂ ਦਾ ਫਲ ਉਹਨੂੰ ਸਾਹਮਣੇ ਦੇਖਿਆ। ਸਾਰੇ ਲੋਕਾਂ ਨੇ ਦੇਖਿਆ ਪਾਪਾਂ ਦਾ ਫਲ ਭੋਗਦੇ ਨੂੰ। ਬੇਟਾ ਮੁਖ ਕੀ ਦਿਸ਼ਾ ਨਿਕਾਰੀ। ਬਿਸਟਾ ਹੋ ਕੇ ਗੰਦਗੀ ਬਣ ਕੇ, ਸੋ ਉਹਦੇ ਮੂੰਹ ਦੇ ਵਿੱਚੋਂ ਸਾਰਾ ਜਿਹੜਾ ਭੋਜਨ ਬਾਹਰ ਨਿਕਲਦਾ ਰਿਹਾ। ਭੀਮ ਰੂਪ ਜਮਦੂਤ ਬਿਦਾਰੇ। ਮੂੰਹ ਵਿੱਚੋਂ ਭੈੜੀ ਬਦਬੂ ਮਾਰਦੀ ਸੀ। ਸੋ ਉਹਨੂੰ ਸਾਹਮਣੇ ਜਮਦੂਤ, ਜਿਹੜੇ ਬੜੇ ਭੀਮ ਰੂਪ, ਬੜੇ ਬਲਸ਼ਾਲੀ ਜਮ, ਉਹ ਦਿਖਾਈ ਦੇਣ ਲੱਗੇ। ਤਬ ਲੜਾਈ ਮੂਰਛਾ ਪਾਏ। ਫਿਰ ਕਦੇ ਕਦੇ ਉਹਨਾਂ ਜਮਾਂ ਨੂੰ ਦੇਖ ਕੇ ਅੜਾਉਂਦਾ ਸੀ, ਅੜਾਟ ਪਾਉਂਦਾ ਸੀ, ਬੜੀ ਉੱਚੀ ਉੱਚੀ ਚੀਕਾਂ ਕੂਕਾਂ ਮਾਰਦਾ ਸੀ, ਕੂਕ ਪੁਕਾਰ ਹਾਏ ਹਾਏ ਕਰਦਾ ਸੀ। ਤੇ ਉਹ ਕਰਦਾ ਕਰਦਾ ਕਈ ਵਾਰੀ ਮੂਰਛਾ ਪਾਏ, ਬੇਹੋਸ਼ ਵੀ ਹੋ ਜਾਂਦਾ। ਭੂਮਿਓ ਰਹਿ ਨੈਣ ਉਗਲਾਈ। ਸਦਾ ਹੀ ਜਿਵੇਂ ਘੁਮਾਟੇ ਆਏ ਹੁੰਦੇ ਆ ਨਾ ਉਹਨੂੰ, ਸੋ ਇਸ ਤਰ੍ਹਾਂ ਉਹਦੀਆਂ ਅੱਖਾਂ ਜਿਹੜੀਆਂ ਪੱਥਰ ਹੋਈਆਂ ਰਹਿੰਦੀਆਂ ਸੀ, ਨੈਣ ਜਿਹੜੇ ਉਹਦੇ ਨੇਤਰ ਸੀ ਉਂਘਲਾਏ ਰਹਿੰਦੇ ਸੀ।
ਨੀਂਦ ਦੇ ਨਾਲ ਭਰੇ ਹੋਏ ਹੁੰਦੇ ਆ, ਜਿਵੇਂ ਅੱਖਾਂ ਐਵੇਂ ਅੱਖਾਂ ਖੁੱਲ੍ਹੀਆਂ ਹੀ ਰਹਿੰਦੀਆਂ ਸੀ, ਡੌਰ ਭੌਰ ਹੋਇਆ ਰਹਿੰਦਾ ਸੀ। ਕਸ਼ਟ ਵਿਸਾਲ ਪਾਏ ਮਰ ਗਇਓ। ਇਸ ਤਰ੍ਹਾਂ ਬਹੁਤ ਦੁੱਖ ਭੋਗ ਭੋਗ ਕੇ ਦਿੱਲੀ ਦਾ ਬਾਦਸ਼ਾਹ ਔਰੰਗਾ ਮਰ ਗਿਆ। ਕੀਕਲ ਦਿਵਸ ਬਿਦਤ ਨ ਪਇਓ। ਪਰ ਕਈ ਦਿਨ ਤਾਂ ਜਿਹੜੀ ਇਹ ਖਬਰ ਸੀ ਨਾ ਬਾਦਸ਼ਾਹ ਦੇ ਮਰਨ ਦੀ, ਉਹ ਬਾਹਰ ਨਾ ਆਈ, ਲੋਕਾਂ ਨੂੰ ਪਤਾ ਨਾ ਲੱਗਿਆ। ਉਪਾਰੜਿਓ ਕੈ ਪੁਰਲੋਕਾ। ਬਸ ਲੋਕ ਆਪਸ ਵਿੱਚ ਗੱਲਾਂ ਕਰਦੇ ਸੀ ਵੀ ਕੁੱਪਾ ਰੁੜ ਗਿਆ। ਇਹ ਖਾਲਸਾ ਜੀ ਪੁਰਾਣੇ ਸਮਿਆਂ ਦੇ ਵਿੱਚ ਔਰ ਅਜੋਕੇ ਸਮੇਂ ਦੇ ਵਿੱਚ ਵੀ ਇਹ ਰਿਵਾਜ ਹੈ ਵੀ ਜਦੋਂ ਕੋਈ ਵੱਡਾ ਮੰਤਰੀ ਉਹ ਮਰ ਜਾਂਦਾ, ਉਹਦੀ ਮੌਤ ਹੁੰਦੀ ਆ ਨਾ, ਕੋਈ ਦੇਸ਼ ਦਾ ਰਾਜਾ ਮਰਦਾ ਹੈ ਤਾਂ ਨਾਲ ਦੀ ਨਾਲ ਉਸ ਦੀ ਮੌਤ ਦੀ ਖਬਰ ਨੂੰ ਜਨਤਕ ਨਹੀਂ ਕੀਤਾ ਜਾਂਦਾ। ਉਹਦੇ ਮਰਨ ਦੀ ਖਬਰ ਨੂੰ ਲੋਕਾਂ ਦੇ ਵਿੱਚ ਫੈਲਾਇਆ ਨਹੀਂ ਜਾਂਦਾ। ਪਹਿਲਾਂ ਉਸ ਦੀ ਜਗ੍ਹਾ ਦੇ ਉੱਤੇ, ਬਾਦਸ਼ਾਹ ਦੀ ਜਗ੍ਹਾ ਦੇ ਉੱਤੇ ਅਗਲਾ ਬਾਦਸ਼ਾਹ ਬਿਠਾਇਆ ਜਾਂਦਾ ਹੈ। ਕੁਰਸੀ ਖਾਲੀ ਨਹੀਂ ਹੋਣ ਦਿੱਤੀ ਜਾਂਦੀ ਦੇਸ਼ ਦੇ ਰਾਜੇ ਦੀ। ਇਹ ਪੁਰਾਣੇ ਸਮਿਆਂ ਦੇ ਵਿੱਚ ਵੀ ਸੀ ਤੇ ਹੁਣ ਵੀ ਹੈ। ਇਹ ਨਹੀਂ ਸੀ ਕਹਿੰਦੇ ਲੋਕ ਵੀ ਫਲਾਣਾ ਰਾਜਾ ਮਰ ਗਿਆ, ਬਾਦਸ਼ਾਹ ਮਰ ਗਿਆ, ਸਗੋਂ ਕਹਿੰਦੇ ਸੀ ਕੁੱਪਾ ਰੁੜ ਗਿਆ। ਭਾਵ ਜਿਵੇਂ ਕੁੱਪੇ ਦੀ ਜਗ੍ਹਾ ਤੇ ਕੁੱਪਾ ਹੋਰ ਧਰਿਆ ਜਾਵੇ, ਉਹਨਾਂ ਨੂੰ ਹੇਠਾਂ ਉੱਤੇ ਕੀਤਾ ਜਾਵੇ। ਇਸ ਤਰ੍ਹਾਂ ਕਹਿੰਦੇ ਸੀ ਵੀ ਬਾਦਸ਼ਾਹ ਨਹੀਂ ਮਰਿਆ, ਕਿਉਂਕਿ ਬਾਦਸ਼ਾਹ ਤਾਂ ਇੱਕ ਮਰਿਆ, ਦੂਜਾ ਉਹਦੀ ਜਗ੍ਹਾ ਤੇ ਬਾਦਸ਼ਾਹ ਤਾਂ ਦੇਸ਼ ਦਾ ਹੈਗਾ ਹੀ ਹੈ, ਜਿਉਂਦਾ ਉਹ ਬੈਠਾ ਹੀ ਹੈ। ਇਸ ਕਰਕੇ ਇਹ ਨਹੀਂ ਸੀ ਕਹਿੰਦੇ ਵੀ ਫਲਾਣਾ ਰਾਜਾ ਮਰ ਗਿਆ, ਬਾਦਸ਼ਾਹ ਦੀ ਮੌਤ ਹੋ ਗਈ ਹੈ। ਲੋਕ ਕਹਿੰਦੇ ਸੀ ਕੁੱਪਾ ਰੁੜ ਗਿਆ। ਔਰ ਅਜੋਕੇ ਸਮੇਂ ਵਿੱਚ ਵੀ ਜਦੋਂ ਕੋਈ ਦੇਸ਼ ਦਾ ਵੱਡਾ ਮੰਤਰੀ ਮਰਦਾ ਹੈ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਤਾਂ ਉਹਦੀ ਜਗ੍ਹਾ ਦੇ ਉੱਤੇ ਪਹਿਲਾਂ ਉਹਦੀ ਕੁਰਸੀ ਦੇ ਉੱਤੇ ਕਿਸੇ ਨੂੰ ਹੋਰ ਜ਼ਿੰਮੇਵਾਰੀ ਦੇ ਕੇ ਉਸ ਮੰਤਰੀ ਪਦ ਦੇ ਉੱਤੇ ਬਿਠਾਇਆ ਜਾਂਦਾ ਹੈ। ਫਿਰ ਜਿਹੜੀ ਖਬਰ ਹੈ ਉਹ ਜਨਤਕ ਕੀਤੀ ਜਾਂਦੀ ਹੈ। ਜਦੋਂ ਖਾਲਸਾ ਜੀ ਇਹ 1984 ਦੇ ਵਿੱਚ ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ ਹੋਰਾਂ ਨੇ ਇਹ ਸਾਰਾ ਜਿਹੜਾ ਕਰਕੇ ਨਾ ਪ੍ਰਬੰਧ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਦੇ ਕੀਤੇ ਦੀ ਸਜ਼ਾ ਭੁਗਤਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਜਿਸ ਨੇ ਫੌਜਾਂ ਚਾੜ੍ਹੀਆਂ, ਬੇਅੰਤ ਬੇਦੋਸ਼ੇ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ, ਜਿਨ੍ਹਾਂ ਫੌਜਾਂ ਨੇ, ਭਾਰਤ ਦੀਆਂ ਫੌਜਾਂ ਨੇ। ਜਦੋਂ ਸਿੰਘਾਂ ਨੇ ਉਹਨੂੰ ਧੁਰ ਦੀ ਟਿਕਟ ਦੇ ਕੇ ਗੱਡੀ ਚਾੜ੍ਹ ਦਿੱਤਾ ਨਾ, ਪਤਾ ਸੀ ਵੀ ਇਹ ਮਰ ਗਈ ਹੈ, ਹਸਪਤਾਲ ਲੈ ਗਏ। ਫਿਰ ਵੀ ਸ਼ਾਮ ਤੱਕ ਜਿਹੜੀ ਖਬਰ ਸੀ ਉਹ ਖਾਲਸਾ ਜੀ ਜਨਤਕ ਨਹੀਂ ਕੀਤੀ ਗਈ ਸੀ ਲੋਕਾਂ ਦੇ ਵਿੱਚ। ਲੋਕਾਂ ਨੂੰ ਪਤਾ ਨਾ ਲੱਗੇ ਕਿ ਦੇਸ਼ ਦੀ ਪ੍ਰਧਾਨ ਮੰਤਰੀ ਹੈ ਜਿਹੜੀ ਉਹ ਮਰ ਗਈ ਹੈ। ਇਹ ਇੱਕ ਡਰ ਵੀ ਹੁੰਦਾ ਹੈ ਵੀ ਜੇ ਕਿਤੇ ਦੁਸ਼ਮਣ ਦੇਸ਼ਾਂ ਨੂੰ ਪਤਾ ਲੱਗ ਜਾਵੇ, ਗੁਆਂਢੀ ਦੇਸ਼ਾਂ ਨੂੰ, ਵੀ ਫਲਾਣੇ ਦੇਸ਼ ਦਾ ਹੁਣ ਪ੍ਰਧਾਨ ਮੰਤਰੀ ਮਰ ਗਿਆ, ਵੀ ਸਾਰੇ ਉੱਧਰ ਉਲਝੇ ਹੋਣੇ ਆ, ਉਹਨਾਂ ਨੇ ਨਾਲ ਦੀ ਨਾਲ ਹਮਲਾ ਕਰਕੇ ਮਤਾ ਇਹ ਨਾ ਹੋਵੇ ਕਿਤੇ ਕਿ ਉਹ ਦੇਸ਼ ਦੇ ਉੱਤੇ ਆ ਕੇ ਕਬਜ਼ਾ ਕਰ ਲੈਣ। ਇਸੇ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ। ਜਦੋਂ ਕੋਈ ਰਾਜਾ, ਜਦੋਂ ਕੋਈ ਬਾਦਸ਼ਾਹ ਮਰਦਾ, ਉਹਦੀ ਮੌਤ ਹੁੰਦੀ, ਤਾਂ ਇਹ ਆਖਿਆ ਜਾਂਦਾ ਸੀ ਕੁੱਪਾ ਰੁੜ ਗਿਆ। ਸਾਰੇ ਲੋਕ ਇਹ ਕਹਿੰਦੇ ਆ ਕਿ ਕੁੱਪਾ ਰੁੜ ਗਿਆ ਹੈ। ਸਾਰੇ ਲੋਕਾਂ ਦੇ ਮੁਖੋਂ ਇਹ ਆਵਾਜ਼ ਆਉਂਦੀ ਹੈ, ਐ ਦੇਸ਼ ਮੈਂ ਜੈ ਕੈ ਸ਼ੋਕ। ਸਾਰੇ ਦੇਸ਼ ਦੇ ਵਿੱਚ ਜਿੱਥੇ ਉਹਦੀ ਪ੍ਰਜਾ ਸੀ ਸਾਰੇ ਸੋਗ ਫੈਲ ਗਿਆ। ਸੁਣ ਗੁਰ ਪੂਜਿਓ ਮਾਲਕ ਤਖਤ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਪੁੱਛਦੇ ਆ, ਖਬਰ ਲੈ ਕੇ ਆਇਆ ਜਿਹੜਾ ਖਬਰੀਆ ਉਸ ਨੂੰ, ਕਹਿੰਦੇ ਭਾਈ ਹੁਣ ਫਿਰ ਬਾਦਸ਼ਾਹ ਦੀ ਜਗ੍ਹਾ ਦੇ ਉੱਤੇ ਹੋਰ ਬਾਦਸ਼ਾਹ ਕੌਣ ਬਣਿਆ ਹੈ? ਉਹ ਅਬ ਭਇਓ ਸ਼ਾਹ ਸ਼ੁਭ ਭਗਤ। ਕਹਿੰਦੇ ਤਖਤ ਦੇ ਉੱਤੇ, ਦਿੱਲੀ ਦੇ ਤਖਤ ਦੇ ਉੱਤੇ ਹੁਣ ਕੌਣ ਰਾਜ ਕਰਨ ਵਾਸਤੇ ਬਿਠਾਇਆ? ਕਿਹੜਾ ਹੈ ਉਹ ਭਾਗਾਂ ਵਾਲਾ ਜਿਹੜਾ ਦਿੱਲੀ ਦੇ ਤਖਤ ਦਾ ਤਾਜਦਾਰ ਬਣਿਆ? ਪੁਨ ਦਿਨ ਕਹਿਓ ਮਾਂ ਗਨ ਲਸ਼ਕਰ। ਉਹ ਜਵਾਬ ਦਿੰਦਾ ਖਬਰ ਲੈ ਕੇ ਆਉਣ ਵਾਲਾ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਫਿਰ ਬਹੁਤ ਸਾਰਾ ਭਾਰੇ ਲਾਮ ਲਸ਼ਕਰ ਫੌਜਾਂ ਦੇ ਸਮੇਤ। ਆਰਾਜਮ ਐ ਬੀਰਬਰ। ਕਹਿੰਦੇ ਔਰੰਗਜ਼ੇਬ ਦਾ ਪੁੱਤ ਤਾਰਾ ਆਜਮ ਆਇਆ ਫੌਜਾਂ ਦੇ ਨਾਲ ਚੜ੍ਹ ਕੇ, ਤੇ ਉਹ ਆ ਕੇ ਤਖਤ ਦੇ ਉੱਤੇ ਬੈਠਾ। ਪੂਰਬ ਵਰੀ ਐਦ ਸੋ ਭਇਓ। ਸੋ ਉਹ ਪਹਿਲੇ ਹੀ ਟਿੱਕਾ ਸੀ, ਪਹਿਲੇ ਹੀ ਟਿੱਕਿਆ ਗਿਆ ਸੀ ਉਹਦਾ ਵੱਡਾ ਪੁੱਤਰ ਕਰਕੇ। ਸੋ ਪਹਿਲੇ ਹੀ ਉਹਨੇ ਆਪਣੇ ਆਪ ਨੂੰ ਇਹ ਰਾਜਗੱਦੀ ਦਾ ਵਾਰਸ ਸਮਝਦਾ ਸੀ। ਉਹ ਅਬ ਬਾਦਸ਼ਾਹੀ ਪਰ ਥਿਰ ਗਇਓ। ਪਹਿਲਾਂ ਉਹ ਟਿੱਕਾ ਸੀ ਤੇ ਹੁਣ ਬਾਦਸ਼ਾਹੀ ਦੇ ਉੱਤੇ ਥਿਰ ਹੋ ਗਿਆ।
ਰਾਜ ਗੱਦੀ ਉੱਤੇ ਬੈਠ ਗਿਆ ਹੈ। ਗਨ ਮਲਾ ਬਬਨੀਰ ਜੇ ਸਿਆਣੇ ਔਰ ਔਰੰਗਜ਼ੇਬ ਦੇ ਜਿਹੜੇ ਉਮਰਾਓ ਸੀ, ਉਹਦੇ ਸਲਾਹਕਾਰ ਸੀ, ਵਜ਼ੀਰ ਮੰਤਰੀ ਸਨ ਸਾਰੇ। ਸਗਲੇ ਹੱਥ ਜੋੜ ਤੇ ਮਾਨੇ ਸਾਰਿਆਂ ਨੇ ਸਿਆਣਪ ਵਰਤੀ, ਸਾਰੇ ਸਿਆਣੇ ਸੀ। ਹੱਥ ਜੋੜ ਕੇ ਸਾਰਿਆਂ ਨੇ ਉਸ ਨੂੰ ਮੰਨ ਲਿਆ ਵੀ ਹਾਂ ਹੁਣ ਇਹ ਬਾਦਸ਼ਾਹ ਹੈ ਤਾਰਾ ਆਜ਼ਮ। ਸੁਨ ਮੁਸਕਾਨੇ ਸਰਗੁਰ ਪੈ ਸਤਿਗੁਰੂ ਜੀ ਇਹ ਗੱਲ ਸੁਣ ਕੇ ਥੋੜਾ ਜਿਹਾ ਮੁਸਕਰਾਏ ਤੇ ਮੁਸਕਰਾ ਕੇ ਕਹਿਣ ਲੱਗੇ, ਨੈ ਸਲਤਨਤ ਕੋ ਸੁਖ ਇਹ ਲਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਹਿ ਸਲਤਨਤ ਕੋ ਸੁਖ ਇਹ ਲਹੈ। ਕਹਿੰਦੇ ਭਾਈ ਤਾਰਾ ਆਜ਼ਮ ਇਹ ਬਾਦਸ਼ਾਹ ਬਣ ਤਾਂ ਬੈਠਾ, ਪਰ ਕਹਿੰਦੇ ਇਹ ਬਾਦਸ਼ਾਹੀ ਦਾ ਸੁੱਖ ਭੋਗ ਨਹੀਂ ਸਕੇਗਾ। ਸ੍ਰੀ ਅਕਾਲ ਕੀ ਜਤਾ ਰਜ਼ਾਈ ਅਕਾਲ ਪੁਰਖ ਵਾਹਿਗੁਰੂ ਦੀ ਜਿਵੇਂ ਰਜ਼ਾ ਹੈ, ਜਿਵੇਂ ਉਸ ਦੀ ਮਰਜ਼ੀ ਹੈ, ਸੋ ਬਨ ਹੈ ਨਿਆਨ ਉਪਾਈ ਉਸੇ ਤਰ੍ਹਾਂ ਹੀ ਹੋਵੇਗਾ, ਹੋਰ ਕੋਈ ਉਪਾਅ ਨਹੀਂ ਬਣ ਸਕਦਾ। ਤੈਤੇ ਪੂਜਗਾਰੀ ਕਰਿਓ। ਸੋ ਇਸ ਤਰ੍ਹਾਂ ਬਚਨ ਬਿਲਾਸ ਕਰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਕੂਚ ਕੀਤਾ, ਅਗਾਂਹ ਨੂੰ ਚੱਲ ਪਏ। ਸ਼ਹਿਰ ਬਘਾਉਰ ਨਿਕਟ ਸੁਨ ਪਰਿਓ ਅੱਗੇ ਸੁਣਿਆ ਕਿ ਬਘੌਰ ਸ਼ਹਿਰ ਨੇੜੇ ਆ ਰਿਹਾ ਹੈ। ਜਹਾਂ ਭੀਮ ਨੇ ਕ੍ਰੀਚਕ ਮਾਰੀ ਇਹ ਖਾਲਸਾ ਜੀ ਉਹ ਸ਼ਹਿਰ ਹੈ ਜਹਾਂ ਭੀਮ ਨੇ ਕ੍ਰੀਚਕ ਮਾਰੀ, ਜਿੱਥੇ ਭੀਮ ਸੈਨ ਨੇ ਦੁਆਪਰ ਯੁੱਗ ਦੇ ਵਿੱਚ ਕ੍ਰੀਚਕ ਨੂੰ ਮਾਰ ਮੁਕਾਇਆ ਸੀ। ਇਹ ਕ੍ਰੀਚਕ ਕੌਣ ਸੀ? ਇਹ ਜਿਹੜਾ ਸ਼ਹਿਰ ਹੈ ਨਾ ਖਾਲਸਾ ਜੀ, ਬਘੌਰ ਸ਼ਹਿਰ ਉਦੈਪੁਰ ਰਾਜਧਾਨੀ ਦੇ ਵਿੱਚ ਇਹ ਪੈਂਦਾ ਸੀ, ਉਦੈਪੁਰ ਰਿਆਸਤ ਦੇ ਵਿੱਚ ਬਘੌਰ ਸ਼ਹਿਰ। ਸੋ ਇੱਥੇ ਦੁਆਪਰ ਯੁੱਗ ਦੇ ਵਿੱਚ ਵਿਰਾਟ ਰਾਜੇ ਦਾ ਰਾਜ ਸੀ, ਔਰ ਉਸ ਵਿਰਾਟ ਰਾਜੇ ਦਾ ਸਾਲਾ ਜਿਹੜਾ ਸੀ ਉਹਦਾ ਨਾਂ ਸੀ ਕ੍ਰੀਚਕ। ਸੋ ਉਹਦਾ ਸੈਨਾਪਤੀ ਵੀ ਸੀ ਤੇ ਬਲੀ ਵੀ ਬਹੁਤ ਸੀ। 100 ਬੰਦਿਆਂ ਜਿੰਨੀ ਤਾਕਤ ਇਤਿਹਾਸਕ ਗ੍ਰੰਥਾਂ ਵਿੱਚ ਲਿਖੀ ਹੈ ਵੀ ਕ੍ਰੀਚਕ ਦੇ ਵਿੱਚ ਸੀ। ਪਰ ਚਰਿੱਤਰ ਦਾ ਬੜਾ ਮਾੜਾ ਸੀ, ਬੜਾ ਹਰਾਮੀ ਹਰਾਮਖੋਰ ਬੰਦਾ ਸੀ। ਸੋ ਪਾਂਡਵ ਜਦੋਂ ਕੌਰਵ ਪਾਂਡਵ ਆਪਸ ਦੇ ਵਿੱਚ ਜੂਆ ਖੇਡਿਆ, ਇਹਨਾਂ ਨੇ ਜੂਏ ਦੇ ਵਿੱਚ ਪਾਂਡਵ ਸਭ ਕੁਝ ਹਾਰ ਗਏ ਕੌਰਵਾਂ ਨੂੰ। ਜਦੋਂ ਸਭ ਕੁਝ ਹਾਰ ਗਏ, ਇਹਨਾਂ ਨੂੰ 12 ਸਾਲਾਂ ਦਾ ਦੇਸ਼ ਨਿਕਾਲਾ ਦੇ ਦਿੱਤਾ ਗਿਆ ਪਾਂਡਵਾਂ ਨੂੰ। 5 ਪਾਂਡਵ ਤੇ ਨਾਲ ਦ੍ਰੋਪਦੀ, ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਜਿਸ ਵੇਲੇ ਇਹਨਾਂ ਨੇ ਇਸੇ ਤਰ੍ਹਾਂ ਸਮਾਂ ਲੰਘਾਉਂਦਿਆਂ ਜੰਗਲਾਂ ਥਲਾਂ ਦੇ ਵਿੱਚ ਵਿਚਰਦਿਆਂ 11 ਸਾਲ ਲੰਘਾ ਲਏ। 12ਵਾਂ ਸਾਲ ਆ ਗਿਆ, ਅੰਤਲਾ ਸਾਲ ਇਹਨਾਂ ਦੇ ਦੇਸ਼ ਨਿਕਾਲੇ ਦਾ। ਔਰ ਇਹਨਾਂ ਨੂੰ ਇਹ ਤਾਕੀਦ ਕੀਤੀ ਗਈ ਸੀ, ਇਹਨਾਂ ਵਾਸਤੇ ਹੁਕਮ ਸੀ ਕਿ 12ਵੇਂ ਸਾਲ ਵਿੱਚ ਤੁਹਾਡਾ ਕਿਸੇ ਨੂੰ ਪਤਾ ਨਾ ਲੱਗੇ। ਲੁਕ ਕੇ ਇਹਨਾਂ ਨੇ ਸਾਲ ਕੱਢਣਾ ਸੀ। ਸੋ ਬਿਨਾਂ ਸੈਨਾ ਤੋਂ ਇਕੱਲੇ ਹੀ ਇਹ ਜਿਹੜੇ ਸੀ ਪਾਂਡਵ, 5 ਪਾਂਡਵ ਤੇ ਨਾਲ ਦ੍ਰੋਪਦੀ ਇਸ ਇਲਾਕੇ ਦੇ ਵਿੱਚ ਆ ਗਏ। ਇਸ ਰਾਜੇ ਵਿਰਾਟ ਦੇ ਇਸ ਸ਼ਹਿਰ ਦੇ ਵਿੱਚ, ਬਘੌਰ ਸ਼ਹਿਰ ਦੇ ਵਿੱਚ ਆ ਪਹੁੰਚੇ। ਇੱਥੇ ਆ ਕੇ ਇਹਨਾਂ ਨੇ ਆਪਣਾ ਭੇਸ ਬਦਲਿਆ। ਜਿਹੜੀ ਤਾਂ ਸੀ ਦ੍ਰੋਪਦੀ ਖਾਲਸਾ ਜੀ, ਉਹਨੇ ਨੈਣ ਦਾ ਰੂਪ ਧਾਰਨ ਕਰ ਲਿਆ। ਨੈਣ ਬਣ ਕੇ ਨਾ ਰਾਜਾ ਵਿਰਾਟ ਆ ਜਿਹੜਾ, ਉਹਦੀ ਘਰਵਾਲੀ ਰਾਣੀ ਦਾ ਸਿਰ ਗੁੰਦਿਆ ਕਰੇ, ਮੀਡੀਆਂ ਕਰਿਆ ਕਰੇ ਉਹਦੇ ਨਾਲ। ਸੋ ਉਹਦੇ ਹਾਰ ਸ਼ਿੰਗਾਰ ਦੀ ਡਿਊਟੀ ਇਹਨੇ ਲੈ ਲਈ। ਦੱਸਿਆ ਨਹੀਂ ਕਿਸੇ ਨੂੰ ਵੀ ਅਸੀਂ ਕੌਣ ਹੈ। ਉਹਦੀ ਗੋਲੀ ਬਣ ਗਈ, ਨੌਕਰਾਣੀ ਬਣ ਕੇ ਉਹਦੀ ਸੇਵਾ ਦੇ ਵਿੱਚ ਜੁਟ ਗਈ। 5 ਪਾਂਡਵਾਂ ਦੇ ਵਿੱਚੋਂ ਜਿਹੜੇ ਸਹਿਦੇਵ ਤੇ ਨਕੁਲ ਸੀ ਉਹ ਸਲੋਤਰੀ ਬਣ ਗਏ, ਘੋੜਿਆਂ ਦੀ ਸਿਆਣਪ ਕਰਨ ਲੱਗ ਪਏ ਉੱਥੇ। ਸੋ ਇਸੇ ਤਰ੍ਹਾਂ ਜਿਹੜਾ ਅਰਜੁਨ ਸੀ ਉਹ ਨਾਚਾ ਬਣਿਆ, ਹਿਜੜਾ ਬਣ ਕੇ ਨਾ ਰਾਜੇ ਦੀ ਬੇਟੀ ਨੂੰ ਨੱਚਣਾ ਸਿਖਾਉਣ ਲੱਗ ਪਿਆ। ਤੇ ਜਿਹੜਾ ਸੀ ਭੀਮ ਸੈਨ, ਉਹ ਲੱਗ ਗਿਆ ਰਾਜੇ ਦੇ ਘਰ ਦੇ ਵਿੱਚ ਰਸੋਈਆ, ਰਾਜ ਮਹਿਲ ਦੇ ਵਿੱਚ ਰਸੋਈਆ ਲੱਗ ਗਿਆ। ਤੇ ਜਿਹੜਾ ਯੁਧਿਸ਼ਠਰ ਸੀ, ਧਰਮ ਪੁੱਤਰ ਜਿਹਨੂੰ ਕਹਿੰਦੇ ਆ, ਧਰਮ ਪੁੱਤਰ ਯੁਧਿਸ਼ਠਰ, ਉਹ ਰਾਜੇ ਦੇ ਨਾਲ ਪਾਸਾ ਖੇਡਦਾ ਤੇ ਇਉਂ ਰਾਜੇ ਦਾ ਮਨ ਲਾ ਕੇ ਰੱਖਦਾ ਹੁੰਦਾ ਸੀ। ਉਹ ਸਾਰ ਪਾਸਾ ਰਾਜੇ ਦੇ ਨਾਲ ਖੇਡਣਾ, ਉਹਦਾ ਮਨ ਲਾਈ ਰੱਖਣਾ। ਸੋ ਇਸ ਤਰ੍ਹਾਂ ਇਹਨਾਂ ਨੇ ਕਾਫੀ ਸਮਾਂ, ਸਾਲ ਦਾ ਜਿਹੜਾ ਰਾਜੇ ਦੇ ਮਹਿਲਾਂ ਦੇ ਵਿੱਚ ਭੇਸ ਬਦਲ ਕੇ ਇਹਨਾਂ ਨੇ ਬਤੀਤ ਕੀਤਾ। ਇੱਕ ਦਿਨ ਜਿਹੜਾ ਕ੍ਰੀਚਕ ਸੀ, ਰਾਜੇ ਦਾ ਸਾਲਾ ਤੇ ਨਾਲ ਉਹਦਾ ਸੈਨਾਪਤੀ, ਬਹੁਤ ਬਾਹੂਬਲੀ, ਇਹ ਆਪਣੀ ਭੈਣ ਦੇ ਮਹਿਲਾਂ ਦੇ ਵਿੱਚ ਪਹੁੰਚਿਆ।
ਕਿਉਂਕਿ ਹੁਣ ਭਰਾ ਹੈ ਤੇ ਉਹ ਬਿਨਾਂ ਪੁੱਛੇ ਦੱਸੇ ਆ ਜਾ ਸਕਦਾ ਸੀ ਆਪਣੀ ਭੈਣ ਦੇ ਕਕਸ਼ ਦੇ ਵਿੱਚ, ਕਮਰੇ ਦੇ ਵਿੱਚ। ਜਦੋਂ ਜਾ ਕੇ ਦੇਖਦਾ ਹੈ ਦ੍ਰੋਪਦੀ ਮੀਡੀਆਂ ਗੁੰਦ ਰਹੀ ਹੈ ਇਹਦੀ ਭੈਣ ਦੀਆਂ, ਰਾਣੀ ਦੀਆਂ। ਜੀਵਨ ਦਾ ਇਹ ਮਾੜਾ ਸੀ, ਕਰੈਕਟਰ ਪੱਖੋਂ, ਚਰਿੱਤਰ ਪੱਖੋਂ ਹੌਲਾ ਸੀ ਇਹ ਬੜਾ ਇੱਜ਼ਤ ਦਾ। ਇਹਨੇ ਜਦੋਂ ਦ੍ਰੋਪਦੀ ਨੂੰ ਵੇਖਿਆ ਤੇ ਇਹਨੇ ਬੜੀ ਮੈਲੀ ਨਜ਼ਰ ਦੇ ਨਾਲ ਤੱਕਿਆ। ਬਾਅਦ ਵਿੱਚ ਜਦੋਂ ਦ੍ਰੋਪਦੀ ਇਹਨੂੰ ਇਕੱਲੀ ਮਿਲਦੀ ਹੈ, ਦ੍ਰੋਪਦੀ ਦੀ ਬਾਂਹ ਫੜ ਕੇ ਖਿੱਚਦਾ ਹੈ। ਉਸ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਚਾਹੁੰਦਾ। ਜਦੋਂ ਦ੍ਰੋਪਦੀ ਨੂੰ ਖਿੱਚ ਧੂ ਕੀਤੀ, ਉਸਨੇ ਦੇਖਿਆ ਵੀ ਬਚਾਓ ਦਾ ਹੁਣ ਕੋਈ ਹੀਲਾ ਨਹੀਂ। ਭੀਮਸੈਨ ਉਹਨੂੰ ਵੀ ਸਾਹਮਣੇ ਪਤਾ ਤਾਂ ਲੱਗ ਰਿਹਾ ਹੈ ਦ੍ਰੋਪਦੀ ਨਾਲ ਧੱਕੇਸ਼ਾਹੀ ਹੁੰਦੀ ਹੈ, ਪਰ ਡਰਦਾ ਇਸ ਗੱਲੋਂ ਵੀ ਜੇ ਕਿਸੇ ਨੂੰ ਪਤਾ ਲੱਗ ਗਿਆ ਸੀ ਕੌਣ ਹੈ, ਸਾਡਾ ਭਾਂਡਾ ਫੁੱਟ ਜਾਣਾ ਹੈ, ਕੈਦ ਕਰ ਲੈਣਗੇ 12 ਸਾਲਾਂ ਦਾ, ਮੁੜ ਕੇ ਫੇਰ ਬਨਵਾਸ ਨਾ ਹੋ ਜੇ। ਡਰਦਾ ਮਾਰਿਆ ਕਰ ਕੁਛ ਨਾ ਸਕਿਆ। ਦ੍ਰੋਪਦੀ ਦਾ ਦਿਮਾਗ ਕੰਮ ਕੀਤਾ। ਉਸ ਵੇਲੇ ਉਹਨੂੰ ਪਾਪੀ ਨੂੰ ਕਹਿਣ ਲੱਗੀ, ਕ੍ਰੀਚਕ ਨੂੰ, ਕਹਿੰਦੀ ਤੇਰੀ ਇੱਛਾ ਪੂਰੀ ਕਰਨ ਵਾਸਤੇ ਮੈਨੂੰ ਜਗ੍ਹਾ ਦੱਸ ਦੇ, ਮੈਂ ਉੱਥੇ ਆ ਜਾਵਾਂਗੀ, ਮੇਰੇ ਨਾਲ ਆ ਜ਼ੋਰ ਜ਼ਬਰਦਸਤੀ ਨਾ ਕਰ। ਇਹਨੇ ਬੱਚਿਆਂ ਦੀ ਪਾਠਸ਼ਾਲਾ, ਸਕੂਲ ਦਾ ਪਤਾ ਦੱਸਿਆ ਕਿ ਰਾਤ ਦੇ ਸਮੇਂ ਦ੍ਰੋਪਦੀ ਮੈਨੂੰ ਉੱਥੇ ਆ ਕੇ ਮਿਲ। ਜਦੋਂ ਸ਼ਾਮ ਨੂੰ ਸਾਰੇ ਇਹ ਪੰਜੇ ਪਾਂਡਵ ਤੇ ਦ੍ਰੋਪਦੀ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਇਕੱਠੇ ਹੋਏ, ਧਾਹਾਂ ਮਾਰ ਕੇ ਰੋ ਪਈ ਦ੍ਰੋਪਦੀ ਨੇ ਧਾਹਾਂ ਮਾਰ ਮਾਰ ਕੇ ਭੀਮ ਵਰਗਿਆਂ ਨੂੰ ਦੱਸਿਆ, ਤੁਸੀਂ ਵੱਡੇ ਮਹਾਬਲੀ ਬਣੇ ਫਿਰਦੇ ਹੋ, ਆ ਮੇਰੀ ਇੱਜ਼ਤ ਤੇ ਡਾਕਾ ਪੈ ਚੱਲਿਆ ਸੀ। ਜੇ ਮੈਂ ਆਪਣਾ ਦਿਮਾਗ ਨਾ ਵਰਤਦੀ ਤਾਂ ਪਰਮੇਸ਼ਰ ਵੱਲੋਂ ਕੋਈ ਗੱਲ ਔੜ ਗਈ। ਭੀਮਸੈਨ ਮਹਾਬਲੀ ਉਹ ਕਚੀਚੀਆਂ ਵੱਟੇ, ਕਹਿੰਦਾ ਚੱਲ ਕੋਈ ਨਹੀਂ, ਮੈਂ ਕਰਦਾ ਇੰਤਜ਼ਾਮ। ਕੋਈ ਰਾਤ ਦੇ ਸਮੇਂ ਦ੍ਰੋਪਦੀ ਨੂੰ ਕਹਿੰਦਾ, ਮੈਨੂੰ ਦੱਸ ਤੈਨੂੰ ਕਿੱਥੋਂ ਦਾ ਪਤਾ ਟਿਕਾਣਾ ਦਿੱਤਾ, ਕਿੱਥੇ ਪਹੁੰਚਣ ਵਾਸਤੇ ਆਖਿਆ। ਉਹਨੇ ਦੱਸ ਦਿੱਤਾ। ਭੀਮਸੈਨ ਇਸਤਰੀਆਂ ਵਾਲੇ ਕੱਪੜੇ, ਸਾੜੀ ਲਾ ਕੇ ਨਾ ਦ੍ਰੋਪਦੀ ਵਾਲੀ, ਤੇ ਉਸ ਜਗ੍ਹਾ ਤੇ ਪਹੁੰਚ ਗਿਆ। ਹੁਣ ਕਾਮੀ ਬੰਦਾ ਉਹ ਅੱਗੇ ਜਿਹੜਾ ਕ੍ਰੀਚਕ ਹੈ ਉਡੀਕ ਕਰ ਰਿਹਾ ਬੜੀ ਬੇਸਬਰੀ ਨਾਲ। ਜਿਸ ਵੇਲੇ ਉਹ ਪਹੁੰਚਿਆ, ਉਹਨੇ ਦ੍ਰੋਪਦੀ ਜਾਣ ਕੇ ਜਿਉਂ ਹੀ ਭੀਮ ਨੂੰ ਹੱਥ ਪਾਇਆ ਤੇ ਭੀਮ ਨੇ ਨਾਲ ਦੀ ਨਾਲ ਧੜਾਕ ਦੇਣੇ ਮੁੱਕਾ ਉਹਦੇ ਜਵਾੜਿਆਂ ਤੇ ਧਰ ਦਿੱਤਾ। ਤੇ ਅੱਗੋਂ ਉਹ ਵੀ ਬਲੀ ਸੀ। ਸਾਰੀ ਰਾਤ ਇਹਨਾਂ ਨੂੰ ਇਉਂ ਲੜਦਿਆਂ ਘੁਲਦਿਆਂ ਨੂੰ ਲੰਘ ਗਈ, ਕਦੇ ਉਹ ਮਾਰਦਿਆ ਕਰੇ ਉਹਦੇ, ਕਦੇ ਉਹ ਮਾਰਦਿਆ ਕਰੇ। ਸੰਗਤ ਜੀ ਇਉਂ ਮੁੱਕੇ ਪੈਣ ਜਿਵੇਂ ਲੋਹਾਰ ਲੋਹੇ ਦੀਆਂ ਪੱਤੀਆਂ ਘਣ ਦੇ ਨਾਲ ਕੁੱਟਦਾ ਹੁੰਦਾ। ਸਾਰੀ ਰਾਤ ਠਾਠਾ ਹੁੰਦੀ ਰਹੀ, ਇੱਕ ਦੂਜੇ ਨੂੰ ਕੁੱਟਦੇ ਰਹੇ। ਸਵੇਰ ਦਾ ਵੇਲਾ ਹੋ ਗਿਆ, ਜਦੋਂ ਦਿਨ ਦਾ ਚੜ੍ਹਾਅ ਹੋਣ ਵਾਲਾ ਹੈ, ਭੀਮ ਚੰਦ ਨੇ ਹੌਸਲਾ ਜਾ ਕਰਕੇ ਗੋਡਿਆਂ ਥੱਲੇ ਲੈ ਲਿਆ ਕ੍ਰੀਚਕ ਨੂੰ। ਜਦੋਂ ਕ੍ਰੀਚਕ ਨੂੰ ਸਿੱਟ ਲਿਆ ਹੇਠਾਂ, ਇਹਦੀਆਂ ਦੋਵੇਂ ਬਾਹਾਂ ਤੋੜਦੀਆਂ, ਦੋਵੇਂ ਲੱਤਾਂ ਤੋੜੀਆਂ। ਲੱਤਾਂ ਬਾਹਾਂ ਤੋੜ ਕੇ ਨਾ ਇਹਦੇ ਪੇਟ ਦੇ ਵਿੱਚ ਧਸੋ ਦਿੱਤੀਆਂ। ਪੇਟ ਦੇ ਵਿੱਚ ਜਦੋਂ ਤੁੰਨੀਆਂ, ਐਂ ਚੱਕ ਜਾ ਬਣਾ ਕੇ ਨਾ ਇਹਨੂੰ ਇਕੱਠਾ ਜਾ ਕਰਕੇ ਲਟੈਣ ਚੱਕ ਲਈ। ਪੁਰਾਣੇ ਸਮਿਆਂ ਦੇ ਵਿੱਚ ਕੱਚੇ ਮਕਾਨ ਹੁੰਦੇ ਤੇ ਬੜੀਆਂ ਮੋਟੀਆਂ ਭਾਰੀ ਲਟੈਣਾਂ ਹੁੰਦੀਆਂ। ਅੱਜ ਕੱਲ੍ਹ ਤਾਂ ਗਾਡਰ ਬੀਮ ਜਾਂ ਲੈਂਟਰ ਪੈਣ ਲੱਗ ਪਏ ਆ ਨਾ। ਉਹਨੇ ਆਪਣੇ ਬਲ ਦੇ ਨਾਲ, ਜ਼ੋਰ ਦੇ ਨਾਲ ਆਪਣਾ ਮੋਢਾ ਲਾ ਕੇ ਲਟੈਣ ਉੱਤੇ ਚੱਕੀ। ਜਿਹੜਾ ਹੇਠਾਂ ਪਿੱਲਰ ਸੀ, ਥੰਮਲਾ ਸੀ, ਥੰਮ ਸੀ, ਉਹ ਲਟੈਣ ਅਤੇ ਥੰਮ ਦੇ ਵਿਚਾਲੇ ਦੇਤਾ ਕ੍ਰੀਚਕ ਨੂੰ। ਹੁਣ ਸਿਰ ਫੁੱਟ ਗਿਆ, ਲਹੂ ਦੀਆਂ ਧਰਾਲਾਂ ਚੱਲੀਆਂ। ਦਿਨ ਦੇ ਚੜ੍ਹਾਅ ਤੋਂ ਪਹਿਲਾਂ ਹੀ ਭੀਮਸੈਨ ਨੇ ਇਸ਼ਨਾਨ ਕੀਤਾ, ਨਹਾ ਕੇ ਆਪਣੇ ਕੱਪੜੇ ਪਾ ਕੇ ਉਹੀ ਰਸੋਈਆਂ ਵਾਲੇ, ਤੇ ਰਾਜ ਦਰਬਾਰ ਵਿੱਚ ਡਿਊਟੀ ਤੇ ਪਹੁੰਚ ਗਿਆ। ਉਧਰ ਸਾਰੇ ਲੱਭਦੇ ਆ ਵੀ ਸਾਡਾ ਸੈਨਾਪਤੀ, ਸਾਡਾ ਮੰਤਰੀ ਨਹੀਂ ਮਿਲ ਰਿਹਾ, ਕਿੱਥੇ ਆ। ਲੱਭਦਿਆਂ ਇਹਨਾਂ ਨੂੰ ਪਤਾ ਲੱਗਿਆ ਵੀ ਉਹਦੀ ਤਾਂ ਆਹ ਹਾਲਤ ਕਿਸੇ ਨੇ ਕੀਤੀ ਪਈ ਹੈ, ਲਹੂ ਦੀਆਂ ਧਰਾਲਾਂ ਵਗੀਆਂ। ਆ ਚੱਕ ਬਣਾ ਕੇ ਉਹਨੂੰ ਤੇ ਆ ਲਟੈਣ ਥੱਲੇ ਕਿਸੇ ਨੇ ਦਿੱਤਾ ਪਿਆ। ਉਸ ਵੇਲੇ ਪੁੱਛ ਪੜਤਾਲ ਹੋਈ। ਪੁੱਛਦਿਆਂ ਇਹ ਕਨਸੋ ਮਿਲੀ ਵੀ ਕੱਲ ਦਰਬਾਰ ਦੇ ਵਿੱਚ ਰੌਲਾ ਰੱਪਾ ਬੜਾ ਪੈਂਦਾ ਸੀ। ਆ ਦ੍ਰੋਪਦੀ ਬੜੀਆਂ ਚੀਕਾਂ ਮਾਰ ਰਹੀ ਸੀ। ਸੋ ਉਹਨਾਂ ਨੂੰ ਇਹ ਨਹੀਂ ਪਤਾ, ਦ੍ਰੋਪਦੀ ਜਿਹੜੀ ਇਹ ਨੌਕਰਾਣੀ ਹੈ, ਵੀ ਇਹ ਕੱਲ ਬੜਾ ਹਾਲ ਪਾਰਿਆ ਕਰਦੀ ਸੀ, ਵੀ ਉਦੋਂ ਕੋਈ ਗੱਲ ਹੋਈ ਹੈ। ਉਹਨਾਂ ਨੇ ਆ ਕੇ ਇਹ ਨੈਣ ਦੇ ਭੇਸ ਦੇ ਵਿੱਚ ਜਿਹੜੀ ਦ੍ਰੋਪਦੀ ਸੀ ਉਹਨੂੰ ਆ ਕੇ ਫੜ ਲਿਆ। ਕਹਿੰਦੇ ਦੱਸ ਕੀ ਗੱਲ ਹੋਈ। ਹੁਣ ਦ੍ਰੋਪਦੀ ਕਿਵੇਂ ਦੱਸੇ? ਇੱਕ ਤਾਂ ਡਰਦੀ ਨਹੀਂ ਦੱਸਦੀ, ਦੂਜਾ ਇਹ ਵੀ ਡਰ ਆ ਵੀ ਸਾਡਾ ਭੇਤ ਜਗ ਜ਼ਾਹਰ ਹੋ ਜਾਣਾ, ਵੀ ਇਹ ਤਾਂ ਪਾਂਡਵ ਆਏ ਹੋਏ ਆ ਇੱਥੇ। ਉਹਨਾਂ ਨੇ ਫੜਿਆ, ਕਹਿੰਦੇ ਵੀ ਚਲੋ ਜੇ ਨਹੀਂ ਦੱਸਦੀ ਨਾ, ਇਹਦਾ ਸੰਸਕਾਰ ਕਰਦੇ ਆ ਕ੍ਰੀਚਕ ਦਾ, ਤੇ ਨਾਲ ਇਹਨੂੰ ਵਿੱਚੇ ਸਤੀ ਕਰਦੇ ਆ।
ਜਦੋਂ ਹੁਣ ਉਹਨੂੰ ਵਿੱਚੇ ਸਤੀ ਕਰਨ ਲੱਗੇ, ਫੜ ਕੇ ਲਿਜਾਂਦੇ ਐ, ਚਿਖਾ ਵੱਲ ਨੂੰ ਲੈ ਕੇ ਜਾ ਰਹੇ ਐ। ਦ੍ਰੋਪਦੀ ਚੀਕਾਂ ਕੂਕਾਂ ਮਾਰਦੀ ਐ, ਕਰ ਕੁਛ ਨਹੀਂ ਸਕਦੀ। ਪੰਜੇ ਪਾਂਡਵ ਉਹ ਨਹੀਂ ਕਰ ਸਕਦੇ ਕੁਛ। ਭੀਮ ਸੈਨ ਨੇ ਕੀ ਕੀਤਾ, ਜਿਹੜਾ ਰਸੋਈਏ ਦੇ ਭੇਸ ਵਿੱਚ ਸੀ ਜੰਗਲ ਵਿੱਚ ਗਿਆ, ਉੱਥੇ ਜਾ ਕੇ ਆਪਣੇ ਤਨ ਦੇ ਕੱਪੜੇ ਉਤਾਰ ਦਿੱਤੇ, ਕੱਪੜੇ ਲਾਹ ਕੇ ਆਪਣੇ ਵਾਲ ਖਿਲਾਰ ਲਏ, ਕੇਸਾਂ ਦੇ ਵਿੱਚ ਚਿੱਕੜ ਪਾ ਲਿਆ, ਜਟਾਂ ਬਣਾ ਲਈਆਂ ਔਰ ਆਪਣੇ ਤਨ ਦੇ ਉੱਤੇ ਪੂਰਾ ਐ ਚਿੱਕੜ ਮਲ ਕੇ ਬੇਪਛਾਣਾ ਜਿਹਾ ਹੋ ਗਿਆ। ਬੇਪਛਾਣਾ ਜਿਹਾ ਹੋ ਕੇ ਉਧਰ ਨੂੰ ਚੱਲ ਪਿਆ ਜਿੱਥੇ ਕ੍ਰੀਚਕ ਦਾ ਸੰਸਕਾਰ ਕਰਨ ਲੱਗੇ ਸੀ ਚਿਖਾ ਬਣਾ ਕੇ, ਤੇ ਉਸ ਦੀ ਚਿਖਾ ਵਿੱਚ ਜਿਉਂਦੀ ਦ੍ਰੋਪਦੀ ਨੂੰ ਸੁੱਟਣ ਲੱਗੇ ਸੀ। ਜਿਸ ਵੇਲੇ ਸਾਧ ਸੰਗਤ ਜੀ ਇਹ ਦ੍ਰੋਪਦੀ ਨੂੰ ਸੁੱਟਣ ਲੱਗੇ ਤਾਂ ਇਹ ਕਹਿੰਦੀ ਤੁਸੀਂ ਮੇਰੇ ਨਾਲ ਆਹ ਜ਼ੁਲਮ ਤਾਂ ਕਰ ਰਹੇ ਹੋ, ਪਰ ਮੇਰੇ 5 ਦੂਤ ਰਖਵਾਰੇ ਐ, 5 ਦੂਤ ਮੇਰੀ ਰੱਖਿਆ ਕਰਨ ਵਾਲੇ ਐ। ਜੇ ਉਹਨਾਂ ਦੇ ਵਿੱਚੋਂ ਕੋਈ ਇੱਕ ਵੀ ਆ ਗਿਆ ਤੁਹਾਡੀ ਖੈਰ ਨਹੀਂ। ਉਧਰੇ ਉਹਨੇ ਦ੍ਰੋਪਦੀ ਨੇ ਇਹ ਗੱਲ ਆਖੀ, ਉਧਰ ਭੀਮ ਸੈਨ ਜਿਹੜਾ ਉਹ ਬਾਹੋ ਦਾ ਹੀ ਉਹ ਭੇਸ ਬਣਾ ਕੇ ਚਿੱਕੜ ਮਲ ਕੇ ਆਪਣੇ ਤਨ ਦੇ ਉੱਤੇ ਕੇਸਾਂ ਦੇ ਵਿੱਚ ਚਿੱਕੜ ਪਾ ਕੇ ਜਟਾਂ ਬਣਾ ਕੇ ਕਰੂਪ ਜਾਂ ਰੂਪ ਧਾਰਨ ਕਰਕੇ ਭੱਜਿਆ ਆਇਆ। ਆਉਂਦੇ ਆਉਂਦੇ ਨੇ ਇੱਕ ਦਰਖਤ ਉਖਾੜ ਲਿਆ, ਬਲੀ ਬੜਾ ਸੀ। ਉਹ ਦਰਖਤ ਪੱਟਿਆ, ਦਰਖਤ ਨੂੰ ਪੱਟ ਕੇ ਮੋਢੇ ਤੇ ਧਰ ਲਿਆ। ਮੋਢੇ ਤੇ ਧਰ ਕੇ ਇਹ ਸੈਨਾ ਵੱਲ ਨੂੰ ਬਾਹੋ ਦਾ ਹੀ ਚਿਖਾ ਵੱਲ ਨੂੰ ਭੱਜਿਆ। ਜਿਹੜਾ ਅੱਗੇ ਆਉਂਦਾ ਦਰਖਤ ਘੁਮਾ ਘੁਮਾ ਕੇ ਮਾਰੇ, ਸਾਰੇ ਉੱਥੋਂ ਖਦੇੜ ਦਿੱਤੇ। ਇਸ ਤਰ੍ਹਾਂ ਦ੍ਰੋਪਦੀ ਦੀ ਉਹਨੇ ਰੱਖਿਆ ਕੀਤੀ। ਫਿਰ ਇਹ ਮਹਿਲਾਂ ਦੇ ਵਿੱਚੋਂ ਨਿਕਲ ਕੇ ਚਲੇ ਗਏ ਸਨ। ਸੋ ਉਹ ਜਗ੍ਹਾ ਕਵੀ ਜੀ ਕਹਿੰਦੇ ਨੇ, ਜਹਾਂ ਭੀਮ ਨੇ ਕ੍ਰੀਚਕ ਮਾਰੇ, ਜਿੱਥੇ ਕਹਿੰਦੇ ਇਸ ਤਰ੍ਹਾਂ ਭੀਮ ਸੈਨ ਨੇ ਕ੍ਰੀਚਕ ਨੂੰ ਮਾਰਿਆ ਸੀ, ਉਸ ਦੁਸ਼ਟ ਨੂੰ, ਉਹ ਮਾੜੀ ਨਜ਼ਰ ਵਾਲੇ ਨੂੰ, ਭੈੜੇ ਜੀਵਨ ਵਾਲੇ ਨੂੰ, ਉਸ ਜਗ੍ਹਾ ਸਤਿਗੁਰ ਸੱਚੇ ਪਾਤਸ਼ਾਹ ਪਹੁੰਚੇ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਜਗ੍ਹਾ ਦੇਖਣਾ ਚਾਹੁੰਦੇ ਐ ਵੀ ਜਿਸ ਜਗ੍ਹਾ ਦੇ ਉੱਤੇ ਕ੍ਰੀਚਕ ਨੂੰ ਭੀਮ ਸੈਨ ਨੇ ਮਾਰਿਆ ਸੀ। ਸਤਿਗੁਰ ਸੱਚੇ ਪਾਤਸ਼ਾਹ ਇਹ ਬਘੌਰ ਸ਼ਹਿਰ ਵੱਲ ਨੂੰ ਕੂਚਦਾਰ ਕੂਚ, ਪੜਾ ਦਰ ਪੜਾ ਅੱਗੇ ਵੱਧਦੇ ਜਾ ਰਹੇ ਹਨ। ਜਦੋਂ ਬਘੌਰ ਸ਼ਹਿਰ ਦੇ ਨੇੜੇ ਸਤਿਗੁਰੂ ਜੀ ਪਹੁੰਚੇ, ਬਹੁਤ ਮੈਦਾਨੀ ਇਲਾਕਾ, ਬੜਾ ਸੁੰਦਰ ਧਰਤੀ ਦੇਖੀ ਸਤਿਗੁਰੂ ਜੀ ਨੇ। ਬੜੇ ਤਰਵਰ, ਬੜੇ ਦਰਖਤ, ਬੜੇ ਸੁਹਾਵਣੇ ਦੇਖੇ। ਸਤਿਗੁਰ ਸੱਚੇ ਪਾਤਸ਼ਾਹ ਨੇ ਫੌਜਾਂ ਨੂੰ ਹੁਕਮ ਕੀਤਾ ਵੀ ਇੱਥੇ ਡੇਰਾ ਕਰ ਲਓ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸਾਰੀਆਂ ਫੌਜਾਂ ਨੇ, ਸਤਿਗੁਰੂ ਜੀ ਦੇ ਸਿੰਘਾਂ ਨੇ, ਸਤਿਗੁਰੂ ਜੀ ਨੇ ਉੱਥੇ ਡੇਰਾ ਪਾਇਆ, ਪੜਾ ਕੀਤਾ। ਉਧਰ ਨਗਰ ਦੇ ਲੋਕਾਂ ਨੇ ਜਿਸ ਵੇਲੇ ਸੁਣਿਆ ਵੀ ਸਾਡੇ ਤਾਂ ਕੋਈ ਇੱਥੇ ਕੋਈ ਦਲ ਚੜ ਕੇ ਆ ਗਿਆ, ਕੋਈ ਧਾੜ ਚੜ ਕੇ ਆ ਗਈ ਹੈ ਯੋਧਿਆਂ ਦੀ, ਸਾਰਾ ਬਘੌਰ ਨਗਰ ਸੀ ਜਿਹੜਾ ਡਰ ਗਿਆ। ਸਾਰੇ ਲੋਕਾਂ ਦੇ ਮਨ ਵਿੱਚ ਇਹ ਤਰਾਹ ਆ ਗਿਆ ਕਿ ਸਾਨੂੰ ਕਿਤੇ ਲੁੱਟ ਨਾ ਲੈਣ ਜਿਹੜੇ ਆਏ ਆ ਇਹ। ਸਾਰੇ ਆਪੋ ਆਪਣੇ ਘਰਾਂ ਵਿੱਚ ਸ਼ਸਤਰ ਫੜ ਕੇ, ਕਿਰਪਾਨਾਂ ਭਾਲੇ, ਜੋ ਵੀ ਹਥਿਆਰ ਸੀ ਫੜ ਕੇ ਸਾਵਧਾਨ ਹੋ ਗਏ। ਇਹ ਲੜਨ ਦਾ ਪੂਰਾ ਠਾਠ ਬਾਠ ਬਣਾ ਲਿਆ ਇਹਨਾਂ ਨੇ, ਪੂਰੀ ਤਿਆਰੀ ਕਰ ਲਈ। ਫਿਰ ਇਹਨਾਂ ਨੇ ਭੇਤ ਲੈਣ ਵਾਸਤੇ ਵੀ ਜਾ ਕੇ ਖਬਰਸਾਰ ਲੈ ਤਾਂ ਸਹੀ ਵੀ ਕੌਣ ਆਏ ਐ, ਇੱਕ ਬੰਦਾ ਭੇਜਿਆ। ਹੌਲੀ ਹੌਲੀ ਚੱਲ ਕੇ ਇਹ ਸਤਿਗੁਰੂ ਸਾਹਿਬ ਜੀ ਦੇ ਦਲ ਦੇ ਵਿੱਚ ਪਹੁੰਚ ਗਿਆ। ਦੀਵਾਨ ਲੱਗਿਆ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ। ਸਤਿਗੁਰੂ ਜੀ ਦੇ ਦਰਬਾਰ ਦੀ ਬਹੁਤ ਵੱਡੀ ਸ਼ੋਭਾ ਸਤਿਗੁਰੂ ਜੀ ਦੇ ਸੀਸ ਉੱਤੇ ਸੁੰਦਰ ਚੌਰ ਝੁੱਲ ਰਿਹਾ ਹੈ। ਉੱਥੇ ਪਹੁੰਚ ਕੇ ਇਹ ਬੰਦਾ ਜਿਹੜਾ ਖਬਰਸਾਰ ਲੈਣ ਗਿਆ ਸੀ, ਦੋਵੇਂ ਹੱਥ ਜੋੜੇ ਨੇ ਸਤਿਗੁਰੂ ਜੀ ਅੱਗੇ। ਸਤਿਗੁਰੂ ਜੀ ਨੂੰ ਬੜੀ ਨਿਮਰਤਾ ਦੇ ਨਾਲ ਨਮਸਕਾਰ ਕੀਤੀ। ਫਿਰ ਜਾ ਕੇ ਸਾਰੇ ਨਗਰ ਦੇ ਵੱਲੋਂ ਇਹਨੇ ਬੇਨਤੀ ਕੀਤੀ। ਕਹਿਣ ਲੱਗਾ, ਮਹਾਰਾਜ ਬੜਾ ਭੈ ਧਾਰ ਕੇ, ਬੜਾ ਡਰ ਧਾਰ ਕੇ ਮੈਨੂੰ ਨਗਰ ਦੇ ਲੋਕਾਂ ਨੇ ਆਪ ਜੀ ਕੋਲੇ ਭੇਜਿਆ। ਆਪ ਜੀ ਦੇ ਨਾਲ ਬਹੁਤ ਵਿਸ਼ਾਲ ਦਲ ਹੈ, ਵੱਡੀ ਫੌਜ ਹੈ।
ਪਿਆਰੀ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਨਗਰ ਦੇ ਲੋਕਾਂ ਨੂੰ ਇਹ ਡਰ ਹੈ ਵੀ ਤੁਸੀਂ ਨਗਰ ਵਿੱਚ ਪ੍ਰਵੇਸ਼ ਕਰਕੇ ਕਿਤੇ ਜੰਗ ਨਾ ਮਚਾ ਦਿਓ, ਮਾਰ ਨਾ ਦਿਓ ਲੋਕਾਂ ਨੂੰ। ਤਾਂ ਆਪ ਗਾਂ ਤੇ ਚੱਲ ਕਰ ਆਇਓ। ਮਹਾਰਾਜ ਡਰਦੇ ਆ ਲੋਕ ਵੀ ਸਾਡੇ ਕਿਤੇ ਇੱਥੇ ਆ ਕੇ ਮਾਰ ਕੁੱਟ ਨਾ ਕਰ, ਨਗਰ ਨੂੰ ਲੁੱਟ ਨਾ ਲੈਣ। ਇਸ ਕਰਕੇ ਪੁੱਛਣ ਭੇਜਿਆ ਕਿ ਆਪ ਜੀ ਕੌਣ ਹੋ ਤੇ ਕਿੱਥੋਂ ਚੱਲ ਕੇ ਆਏ ਹੋ, ਅਬ ਚਾਲ ਤੋ ਕਰਾਂ ਸਦਾਈ। ਤੇ ਹੁਣ ਕਿੱਥੇ ਜਾਣਾ ਚਾਹੁੰਦੇ ਹੋ ਅੱਗੇ। ਕੌਣ ਕਾਜ ਆਗਮਨ ਤੁਮਾਰਾ। ਕਿਸ ਕਾਰਜ ਕਰਕੇ, ਕਿਹੜੇ ਉਦੇਸ਼ ਕਰਕੇ, ਕਿਹੜੇ ਮਨੋਰਥ ਕਰਕੇ ਤੁਹਾਡਾ ਆਉਣਾ ਹੋਇਆ ਹੈ ਇੱਥੇ। ਕਰੋ ਪ੍ਰਸੰਗ ਸੁਣਾਓ ਜਸਾਰਾ। ਆਪ ਜੀ ਸਾਰਾ ਹਾਲ ਮੈਨੂੰ ਦੱਸੋ ਸੁਣਾ ਕੇ। ਇਮਾਨ ਤਰਾਸਤ ਦੀ ਬਾਤ ਸੁਨੇ ਜਬ। ਜਦੋਂ ਇਉਂ ਦੇ ਡਰਦੇ ਮਾਰੇ ਦੇ ਕੰਬਦੇ ਹੋਏ ਦੇ ਬੋਲ ਸਤਿਗੁਰੂ ਜੀ ਨੇ ਸੁਣੇ, ਧਰਮ ਸਿੰਘ ਸੋ ਗੁਰੂ ਪਰਿਓ ਤਬ। ਉਸ ਵੇਲੇ ਪੰਜਾਂ ਪਿਆਰਿਆਂ ਵਿੱਚੋਂ ਜਿਹੜੇ ਦੂਜੇ ਪਿਆਰੇ ਭਾਈ ਧਰਮ ਸਿੰਘ ਜੀ ਹੈ, ਉਹਨਾਂ ਨੂੰ ਹੁਕਮ ਦੇ ਕੇ ਸਤਿਗੁਰੂ ਜੀ ਨੇ ਆਖਿਆ, ਜਾ ਨਗਰ ਮੈਂ ਨਰ ਸਮਝਾਰੂ। ਕਹਿੰਦੇ ਭਾਈ ਧਰਮ ਸਿੰਘ ਜਾ, ਇਹਨਾਂ ਦੇ ਨਗਰ ਦੇ ਵਿੱਚ ਜਾ ਤੇ ਸਾਰੇ ਲੋਕਾਂ ਨੂੰ ਸਮਝਾ ਦੇ, ਇਹ ਧੀਰਜ ਕੋ ਤਰਾਸ ਮਟਾਵੂ। ਉਹਨਾਂ ਨੂੰ ਜਾ ਕੇ ਹੌਸਲਾ ਦੇ, ਉਹਨਾਂ ਦਾ ਡਰ ਦੂਰ ਕਰ। ਆਇਸ ਪਾਏ ਦਿਓ ਤਤਕਾਲ। ਸਤਿਗੁਰੂ ਜੀ ਦੀ ਆਇਸ ਆਗਿਆ ਪਾ ਕੇ ਹੁਕਮ ਮੰਨ ਕੇ ਉਸੇ ਪਲ ਹੀ ਭਾਈ ਧਰਮ ਸਿੰਘ ਗਏ। ਔਰ ਜਨ ਸਾਵਧਾਨ ਜਹ ਜਲਾਈ। ਜਾ ਕੇ ਨਗਰ ਦੇ ਵਿੱਚ ਜਿੱਥੇ ਸਾਰੇ ਲੋਕ ਸਾਵਧਾਨ ਤਿਆਰ ਬਰ ਤਿਆਰ ਹੋਏ ਬੈਠੇ ਸੀ, ਹਥਿਆਰ ਫੜ ਕੇ ਉਹਨਾਂ ਦੇ ਕੋਲ ਪਹੁੰਚੇ। ਫਿਰ ਹੋਏ ਸਗਰੀ ਕਥਾ ਸੁਣਾਈ। ਉਹਨਾਂ ਕੋਲ ਬੈਠ ਕੇ ਲੋਕਾਂ ਦੇ ਕੋਲ ਸਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਥਾ ਵਾਰਤਾ ਸੁਣਾਈ। ਇਹ ਜਗ ਗੁਰ ਤੁਮ ਕੋ ਸੁਖਦਾਈ। ਭਾਈ ਧਰਮ ਸਿੰਘ ਜੀ ਕਹਿੰਦੇ ਆ, ਕਹਿੰਦੇ ਭਾਈ ਡਰੋ ਨਾ, ਅਸੀਂ ਤੁਹਾਨੂੰ ਕੋਈ ਲੁੱਟਣ ਨਹੀਂ ਆਏ। ਇਹ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ 10ਵੇਂ ਵਾਰਸ ਹੈ ਤੇ ਜਗ ਨੂੰ ਸੁੱਖ ਦੇਣ ਵਾਲੇ ਆ, ਤੁਹਾਨੂੰ ਵੀ ਸੁੱਖ ਦੇਣਗੇ। ਸਿੱਖ ਹੋਏ ਮਿਲੋ ਦਰਸ ਕੋ ਜੁਗ। ਤੁਸੀਂ ਉਹਨਾਂ ਦੇ ਸਿੱਖ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਜਾ ਕੇ ਮਿਲੋ ਔਰ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰੋ। ਸੋ ਸਾਧ ਸੰਗਤ ਜੀ, ਸਮੇਂ ਦੀ ਵੀ ਸੰਪੂਰਨਤਾ ਹੋ ਚੁੱਕੀ ਹੈ। ਸੋ ਆਓ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸਮਾਪਤੀ ਦੀਆਂ 2 ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ। ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਗੇ ਜਿਵੇਂ ਇਤਿਹਾਸ ਆਵੇਗਾ ਬੜੇ ਪਿਆਰ ਦੇ ਨਾਲ ਕੱਲ ਦੇ ਦੀਵਾਨ ਵਿੱਚ ਸਾਰੇ ਹਾਜ਼ਰੀਆਂ ਭਰੋ। ਸਿੱਖ ਹੋਏ ਮਿਲੋ ਦਰਸ ਕੋ ਜੁਗ। ਦੋਏ ਲੋਚਨ ਕੇ ਸੁਖ ਕੋ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।